ਕਿ ਪੰਜਾਬ ਸਰਕਾਰ ਨੂੰ ਅਗਲੀਆਂ ਚੋਣਾਂ ਦੀ ਤਿਆਰੀ ਤੋਂ ਪਹਿਲਾਂ ਕੁੰਭ ਕਰਨੀ ਨੀਂਦ ਤੋਂ ਜਾਗੀ ਹੈ। ਨਵਜੋਤ ਸਿੰਘ ਸਿੱਧੂ ਨੇ ਉਠਾਇਆ ਇਸ ਗੱਲ ਦਾ ਸਿਹਰਾ ਉਹਦੇ ਸਿਰ ਤੇ ਵੱਜਦਾ ਹੈ, ਪਰ ਸਵਾਲ ਫੇਰ ਉੱਥੇ ਆ ਜਾਂਦਾ ਹੈ ਕਿ 4.5 ਸਾਲ ਦਾ ਹਿਸਾਬ ਕੌਣ ਦੇਵੇ। ਅਜੇ ਉਹਨਾਂ ਨੇ ਤਿਆਰੀ ਫੜਨੀ ਸੀ ਕੰਮ ਸ਼ੁਰੂ ਕਰਨ ਦੀ ਜੀ ਤੇ ਉਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਛੱਡ ਦਿਓ ਪੁਰਾਣੇ ਘਾਟੇ, ਉਹਨਾਂ ਨੂੰ ਕਿਹਾ ਗਿਆ ਸੀ ਛੱਡ ਦਿਓ ਸਾਰੀਆਂ ਗੱਲਾਂ, ਤੁਸੀਂ ਨਵੇਂ ਵਹੀ ਖਾਤੇ ਫੜੋ, ਜ਼ੀਰੋ ਤੇ ਤੁਸੀਂ ਪੁਰਾਣੀ ਤੇ ਲੀਕ ਅਸੀਂ ਮਾਰੀ ਹੈ ਤੇ ਤੁਸੀਂ ਨਵੇਂ ਤੋਂ ਸ਼ੁਰੂ ਕਰੋ ਤੇ ਸਾਨੂੰ ਦੱਸੋ ਤੁਸੀਂ ਹੁਣ ਕੀ ਕਾਰਗੁਜ਼ਾਰੀ ਵਿਖਾਉਂਦੇ। ਇੱਕ ਤਾਪ ਘਰ ਨੂੰ ਜਿਹੜਾ ਬਲੀ ਦਾ ਬੱਕਰਾ ਬਣਾ ਕੇ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ। ਸਰਕਾਰਾਂ ਕੀ ਨਹੀਂ ਕਰ ਸਕਦੀਆਂ, ਸਰਕਾਰ ਚਾਹਵੇ ਤੇ ਸਭ ਕੁਝ ਹੋ ਸਕਦਾ ਹੈ, ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਉਹ ਸਰਕਾਰ ਦੇ ਅੱਗੇ ਬੋਲੇ। ਹੁਣ ਇਹ ਕਮਿਸ਼ਨ ਦੀ ਮਰਜ਼ੀ ਹੈ ਕਿ ਜੋ ਮਰਜ਼ੀ ਕਹਿ ਦੇਵੇ, ਪਰ ਕਮਿਸ਼ਨ ਦੀ ਗੱਲ ਇਹ ਜਿਹੜੀ ਹੈ ਸਰਕਾਰ ਨੂੰ ਕਿਸ ਭਾਅ ਪਏਗੀ ਇਹ ਤੇ ਸ਼ਾਇਦ ਮਨਟੇਕ ਸਿੰਘ ਆਹਲੂਵਾਲੀਆ ਨੇ ਵੀ ਸੋਚਿਆ ਨਾ ਹੋਏਗਾ। ਉਹ ਦੀਦੀ ਦਾ ਜਵਾਬ ਜਿਹੜਾ ਸੀ ਉਹ ਖੇਲਾ ਹੋਵੇ ਕਹਿ ਕੇ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਨੇ ਉਸੇ ਨਾਰੇ ਨੂੰ ਕਿਹਾ ਕਿ ਹੁਣ ਉਹ ਖੇਲਾ ਹੋਵੇ ਬੰਗਾਲ ਵਿੱਚ ਤੇ ਹੋ ਗਿਆ ਤੇ ਇਹ ਪੂਰੇ ਇੰਡੀਆ 'ਚ ਹੋਣਾ ਚਾਹੀਦਾ, ਫੇਰ ਗੱਲ ਬਣੇਗੀ। ਤੇ ਮਮਤਾ ਬੈਨਰਜੀ ਨੇ ਤੇ ਹੋਰਨਾਂ ਲੋਕਾਂ ਨੇ ਸਪਸ਼ਟ ਕੀਤਾ ਕਿ ਇਸ ਕੰਮ ਦੇ ਵਿੱਚ ਕਾਂਗਰਸ ਨੂੰ ਨਾਲ ਹੋਣਾ ਪਏਗਾ ਤੇ ਖੇਤਰੀ ਪਾਰਟੀਆਂ ਨੂੰ ਵੀ ਆਪਣੀ ਸੋਚ ਨੂੰ ਬਦਲਣਾ ਪਏਗਾ ਤੇ ਕਾਂਗਰਸ ਨੂੰ ਵੀ ਇਹ ਸਿੱਖਣਾ ਪਏਗਾ ਕਿ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਕਿਵੇਂ ਚੱਲਣਾ। ਕਾਂਗਰਸ ਨੇ ਤੇ ਸਮਝ ਲਈ ਗੱਲ ਕਿ ਕਿਸਾਨਾਂ ਦੇ ਮੋਢਿਆਂ ਤੇ ਚੜ੍ਹ ਕੇ ਹੀ ਅਸੀਂ ਜਿਹੜਾ ਹੈ ਉਹ ਪਾਰਲੀਮੈਂਟ ਦੀ ਕਾਰਵਾਈ ਦੀ ਗੱਲ ਕਰਾਂਗੇ। ਰਾਹੁਲ ਇੱਕ ਵੇਲੇ ਟਰੈਕਟਰ ਤੇ ਆਉਂਦੇ ਨੇ ਤੇ ਦੂਸਰੇ ਵੇਲੇ ਕਹਿੰਦੇ ਨੇ ਕਿ ਜੂਸੀ ਕਾਂਡ ਦੇ ਬਾਰੇ ਸਾਨੂੰ ਦੱਸੋ। ਟੀਕਾਕਰਨ ਬਿਲਕੁਲ ਉਸੇ ਤਰ੍ਹਾਂ ਹੀ ਸੁਸਤ ਰਫ਼ਤਾਰ ਦੇ ਵਿੱਚ ਜਿਹੜਾ ਉਹ ਚੱਲ ਰਿਹਾ। ਜਿੰਨੀ ਰਫ਼ਤਾਰ ਜਿੰਨਾ ਧਿਆਨ ਸਰਕਾਰ ਦਾ ਇਸ ਮੁੱਦੇ ਤੇ ਚਾਹੀਦਾ ਉਹ ਅਜੇ ਨਹੀਂ ਹੋ ਰਿਹਾ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ। ਅੱਜ ਦੇ ਪ੍ਰੋਗਰਾਮ ਜਿਨ੍ਹਾਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਉਹਨਾਂ 'ਚ ਹੈ ਪੰਜਾਬ ਸਰਕਾਰ ਨੀਂਦ ਤੋਂ ਜਾਗ ਪਈ ਹੈ ਕਿੰਨਾਂ ਮੁੱਦਿਆਂ ਨੂੰ ਲੈ ਕੇ, ਮਨਟੇਕ ਸਿੰਘ ਆਹਲੂਵਾਲੀਆ ਨੇ ਪੰਜਾਬ ਸਰਕਾਰ ਨੂੰ ਕਿਹੜੀ ਰਿਪੋਰਟ ਸੌਂਪੀ ਹੈ, ਅਮਰੀਕਾ ਦੇ ਵਿਦੇਸ਼ ਮੰਤਰੀ ਦੀ ਭਾਰਤ ਫੇਰੀ ਦੇ ਕੀ ਨੇ ਮਾਇਨੇ, ਇਸ ਤੋਂ ਇਲਾਵਾ ਕੁਝ ਹੋਰ ਮੁੱਦਿਆਂ ਤੇ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ ਜਾਣਾਂਗੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਸ਼ੁਰੂਆਤ ਦੇ ਵਿੱਚ ਗੱਲ ਮੌਸਮ ਦੀ ਕਰਦੇ ਹਾਂ। ਹਰ ਪਾਸੇ ਰੋਜ਼ਾਨਾ ਕੋਈ ਨਾ ਕੋਈ ਖਬਰ ਮਿਲ ਰਹੀ ਹੈ ਕਿ ਇੱਥੇ ਬੱਦਲ ਫਟ ਗਿਆ, ਉੱਥੇ ਬੱਦਲ ਫਟ ਗਿਆ। ਇਹ ਬੱਦਲ ਫਟਣਾ ਹੈ ਕੀ ਤੇ ਇਤਰਾਜ਼ ਦੀ ਇੰਨੀ ਮਤਲਬ ਵੱਡੀ ਮਾਤਰਾ 'ਚ ਕਿਉਂ ਹੋ ਰਹੀ ਹੈ? ਇਹ ਤਕਰੀਬਨ ਹਰ ਸਾਲ ਹੀ ਅਨਫੋਰਚੂਨੇਟਲੀ ਇਹ ਘਟਨਾਵਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਜੀ। ਜ਼ਿਆਦਾ ਕਰਕੇ ਜਿਹੜਾ ਨਾਰਥ ਈਸਟ ਦਾ ਏਰੀਆ ਹੈ, ਪਹਾੜੀ ਜਾਂ ਅਰਧ ਪਹਾੜੀ ਜਾਂ ਪਹਾੜਾਂ ਦੇ ਲਾਗੇ ਦੇ ਜਿਹੜੇ ਏਰੀਏ ਨੇ ਜਿਹਨਾਂ ਵਿੱਚ ਪੰਜਾਬ ਦਾ ਬਹੁਤ ਸਾਰੇ ਹਿੱਸੇ ਵੀ ਆਉਂਦੇ ਨੇ ਜੀ, ਉੱਥੇ ਇਹੋ ਜਿਹੀਆਂ ਘਟਨਾਵਾਂ ਵੇਖਣ ਨੂੰ ਮਿਲ ਸਕਦੀਆਂ ਨੇ। ਪਰ ਆਮ ਤੌਰ 'ਤੇ ਜਿਹੜੀਆਂ ਪਿਛਲੇ ਸਾਲਾਂ 'ਚ ਘਟਨਾਵਾਂ ਸਾਹਮਣੇ ਆਈਆਂ ਨੇ, ਫਲੈਸ਼ ਫਲੱਡਸ ਜਾਂ ਕਲਾਊਡ ਬਰਸਟ ਇਹਨੂੰ ਕਹਿ ਦਿੰਦੇ ਆ, ਬੱਦਲ ਫਟਣਾ, ਇਹ ਹਿਮਾਚਲ, ਜੰਮੂ ਕਸ਼ਮੀਰ ਤੇ ਉੱਤਰਾਖੰਡ ਇਹ ਜਿਹੜੇ ਸਾਡੇ ਪਹਾੜੀ ਸੂਬੇ ਨੇ ਇਹਨਾਂ ਵਿੱਚ ਇਹ ਘਟਨਾਵਾਂ ਜਿਹੜੀਆਂ ਇਹੋ ਜਿਹੀਆਂ ਵੇਖਣ ਨੂੰ ਮਿਲੀਆਂ ਨੇ। ਹਿਮਾਚਲ ਦੇ ਵਿੱਚ ਕਈ ਸਾਲ ਪਹਿਲਾਂ ਬਹੁਤ ਜ਼ਿਆਦਾ ਬੱਦਲ ਫਟਣ ਦੀ ਘਟਨਾਵਾਂ ਹੋਈਆਂ ਸੀ। ਹੇਮਕੁੰਟ ਗਏ ਸਾਡੇ ਯਾਤਰੀ ਫਸ ਗਏ ਸਨ। ਕੇਦਾਰਨਾਥ ਦੇ ਵਿੱਚ ਬੜੀ ਵੱਡੇ ਪੱਧਰ ਤੇ ਤਬਾਹੀ ਹੋਈ ਸੀ। ਫਿਰ ਇਨਸਾਨ ਨੇ ਸਬਕ ਨਹੀਂ ਸਿੱਖਿਆ ਕੁਛ ਤੇ ਖੈਰ ਇਹੋ ਜਿਹੀ ਵੱਡੀ ਇਵੈਂਟ, ਹੜ੍ਹ ਵਗੈਰਾ, ਤੂਫਾਨ, ਭੂਚਾਲ ਕਿਤੇ ਵੀ ਆ ਸਕਦੇ ਨੇ, ਪਰ ਆਪਣੇ ਵੱਲੋਂ ਕਿੰਨੀ ਕੁ ਤਿਆਰੀ ਅਸੀਂ ਰੱਖਦੇ ਹਾਂ ਇਹਨਾਂ ਗੱਲਾਂ ਤੇ ਸਵਾਲ ਜਿਹੜੇ ਨੇ ਬਣੇ ਰਹਿੰਦੇ ਨੇ। ਕਲਾਊਡ ਬਰਸਟ ਬੇਸਿਕਲੀ ਇਹ ਹੈ ਕਿ 1 ਕਿਲੋਮੀਟਰ ਤੋਂ ਲੈ ਕੇ 10 ਕਿਲੋਮੀਟਰ ਦੇ ਘੇਰੇ ਵਿੱਚ, ਭਾਵ 1 ਕਿਲੋਮੀਟਰ ਵੀ ਹੋ ਸਕਦਾ, 2, 3, 4, 5, 10 ਤੱਕ ਹੋ ਸਕਦੇ ਨੇ। ਉਸ ਦੇ ਵਿੱਚ ਇੱਕ ਹੱਦ ਤੋਂ ਵੱਧ, ਮਿਕਦਾਰ ਤੋਂ ਵੱਧ 1 ਘੰਟੇ ਜਾਂ 1.5 ਘੰਟੇ ਦੇ ਵਿੱਚ ਇੰਨੀ ਮਾਤਰਾ 'ਚ ਮੀਂਹ ਪੈ ਜਾਣਾ ਜਿਸ ਨੂੰ ਪਾਣੀ ਉੱਥੇ ਦੀ ਧਰਤੀ ਸਹਾਰ ਨਾ ਸਕੇ ਤੇ ਆਸੇ-ਪਾਸੇ ਨਾ ਪਿਆ ਹੋਵੇ ਤਾਂ ਪਾਣੀ ਇੱਕ ਹੜ੍ਹ ਦੇ ਰੂਪ ਵਿੱਚ ਉੱਥੋਂ ਵਗਣਾ ਸ਼ੁਰੂ ਹੋ ਜਾਵੇ, ਉਸ ਨੂੰ ਬੱਦਲ ਫਟਣਾ ਕਹਿੰਦੇ ਨੇ। ਆਮ ਤੌਰ 'ਤੇ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਮੌਨਸੂਨ ਖਤਮ ਹੋਣ ਵੇਲੇ ਇਹੋ ਜਿਹੀਆਂ ਘਟਨਾਵਾਂ ਦਾ ਜ਼ਿਕਰ ਜਿਹੜਾ ਹੈ ਉਹ ਹੁੰਦਾ ਹੈ। ਮਾਹਿਰ ਤਾਂ ਇਹੀ ਕਹਿੰਦੇ ਨੇ ਕਿ ਜ਼ਿਆਦਾ ਕਰਕੇ ਜਿਹੜੀਆਂ ਮੌਨਸੂਨੀ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਦੇ ਆਸੇ-ਪਾਸੇ ਹੁੰਦਾ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬ ਤੇ ਹੋਰ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ਾਂ ਹੋਈਆਂ ਨੇ ਉਸ ਦਾ ਕਾਰਨ ਇੱਕ ਪੱਛਮੀ ਸਿਸਟਮ ਵੀ ਜਿਹੜਾ ਉਸ ਦਾ ਮੌਜੂਦ ਹੋਣਾ ਦੱਸਿਆ ਜਾਂਦਾ ਹੈ। ਮੌਨਸੂਨ ਤੁਹਾਨੂੰ ਪਤਾ ਹੈ ਕਿ ਸਾਡੇ ਸਾਊਥ ਵੈਸਟ ਮੌਨਸੂਨ ਇਸ ਨੂੰ ਆਖਿਆ ਜਾਂਦਾ ਹੈ।
ਪਰ ਨਾਲ ਹੀ ਜਿਹੜਾ ਸਾਡਾ ਗਲਫ ਹੈ, ਖਾੜੀ ਹੈ, ਉੱਥੋਂ ਅਫਗਾਨਿਸਤਾਨ ਦੇ ਰਸਤੇ, ਪਾਕਿਸਤਾਨ ਦੇ ਰਸਤੇ ਵੈਸਟਰਨ ਪੱਛਮੀ ਇੱਕ ਸਿਸਟਮ ਜਿਹੜਾ ਜਦੋਂ ਮੌਨਸੂਨ ਦੇ ਨਾਲ ਮਿਲ ਜਾਂਦਾ ਹੈ, ਕਲੈਸ਼ ਕਰਦਾ ਹੈ, ਤਾਂ ਫਿਰ ਉਹ ਆਪਸ ਵਿੱਚ ਜਿੱਥੇ ਟਕਰਾਉਂਦੇ ਨੇ ਜਾਂ ਕਿਸੇ ਖਾਸ ਇਲਾਕੇ ਦੇ ਵਿੱਚ, ਖਾਸ ਤੌਰ ਤੇ ਪਹਾੜਾਂ ਦੇ ਵਿੱਚ ਵਿਚਾਲੇ ਕਿਸੇ ਖਾਸ ਇੱਕ ਜਗ੍ਹਾ ਤੇ ਟਕਰਾ ਜਾਣ ਤੇ ਫਿਰ ਬਹੁਤ ਭਾਰੀ ਮਾਤਰਾ ਦੇ ਵਿੱਚ ਥੋੜੇ ਸਮੇਂ 'ਚ ਬਾਰਿਸ਼ ਹੋ ਜਾਂਦੀ ਹੈ। ਲੰਬੇ ਸਮੇਂ ਦੀ ਬਰਸਾਤ ਵੀ ਕਈ ਵਾਰੀ ਇਸੇ ਸਿਸਟਮ ਨਾਲ ਲੱਗਦੀ ਹੈ। ਇਸ ਵਾਰੀ ਉਹ ਸਿਸਟਮ ਵੇਖਣ ਨੂੰ ਮਿਲ ਰਿਹਾ ਪੰਜਾਬ ਅਤੇ ਹੋਰਨਾਂ ਪਹਾੜੀ ਰਾਜਾਂ ਦੇ ਵਿੱਚ। ਕਲਾਉਡ ਬਰਸਟ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ ਨੇ ਬੱਦਲ ਫਟਣ ਨਾਲ, ਇਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਇਆ। ਜਾਨੀ ਨੁਕਸਾਨ ਜਿਹੜਾ ਉਸ ਦੀ ਗਿਣਤੀ ਅਜੇ ਜਿਹੜੀ ਹੈ ਉਹ 17 ਕੋ ਦੱਸੀ ਜਾਂਦੀ ਹੈ, ਪਰ ਜਿਵੇਂ ਜਿਵੇਂ ਹੌਲੀ ਹੌਲੀ ਹਿਸਾਬ ਕਿਤਾਬ ਲੱਗਦੇ ਨੇ ਤੇ ਇਹ ਗਿਣਤੀ ਵੱਧ ਵੀ ਸਕਦੀ ਹੈ। ਬਦਕਿਸਮਤੀ ਇਹ ਹੈ ਕਿ ਸਾਡੇ ਕੋਲ ਕੋਈ ਇੰਨਾ ਵਧੀਆ ਸਿਸਟਮ ਨਹੀਂ ਕਿ ਜਿਸ ਨਾਲ ਅਸੀਂ ਇੱਕਦਮ ਕੋਈ ਅੰਦਾਜ਼ਾ ਲਾ ਸਕੀਏ। ਪਰ ਜਦੋਂ ਇਸ ਤਰ੍ਹਾਂ ਦਾ ਕੋਈ ਕਹਿਰ ਵਰਤਦਾ ਹੈ, ਕੁਦਰਤੀ ਕਰੋਪੀ ਆਉਂਦੀ ਹੈ, ਤੇ ਫਿਰ ਉਸ ਨੂੰ ਰੋਕ ਸਕਣਾ ਜਾਂ ਉਸ ਦਾ ਅੰਦਾਜ਼ਾ ਲਗਾ ਸਕਣਾ, ਇੱਕ ਮੋਟਾ ਜਿਹਾ ਅੰਦਾਜ਼ਾ ਤੇ ਅਸੀਂ ਲਾ ਸਕਦੇ ਹਾਂ, ਪਰ ਉਹ ਕਿੰਨੀ ਕੁ ਜ਼ਿਆਦਾ ਤਾਕਤ ਹੋਵੇਗੀ ਤੇ ਕਿਸ ਤਰ੍ਹਾਂ ਸਾਡਾ ਨੁਕਸਾਨ ਕਰੇਗਾ, ਇਸ ਗੱਲ ਦਾ ਪਤਾ ਨਹੀਂ ਹੁੰਦਾ। ਪਰ ਪੰਜਾਬ ਵਿੱਚ ਜਿਹੜੀਆਂ ਭਰਵੀਆਂ ਬਾਰਿਸ਼ਾਂ ਪਿਛਲੇ ਦਿਨਾਂ 'ਚ ਹੋਈਆਂ ਨੇ, ਉਹਨਾਂ ਨਾਲ ਪੰਜਾਬ ਸਰਕਾਰ ਨੂੰ, ਬਿਜਲੀ ਬੋਰਡ ਨੂੰ ਤੇ ਕਿਸਾਨਾਂ ਨੂੰ ਰਾਹਤ ਜਿਹੜੀ ਹੈ ਮਹਿਸੂਸ ਹੋਈ ਹੈ। ਖਾਸ ਤੌਰ ਤੇ ਜਿਵੇਂ ਬਿਜਲੀ ਦੀ ਘਾਟ ਇਸ ਵਾਰੀ ਰਹੀ ਹੈ ਤੇ ਝੋਨੇ ਦੀ ਲਵਾਈ ਜਿਹੜੀ ਕਿਸਾਨਾਂ ਨੇ ਕੀਤੀ ਹੋਈ ਹੈ, ਉਹਨਾਂ ਵਾਸਤੇ ਇੱਕ ਚੰਗੀ ਖਬਰ ਹੈ। ਤੇ ਇਹ ਇਕੱਠੀ ਬਾਰਿਸ਼ ਨਾ ਹੋਵੇ। ਸੌਣ ਮਹੀਨਾ ਬਾਰਿਸ਼ਾਂ ਤੇ ਹੋਣੀਆਂ ਨੇ, ਪਰ ਇੱਕਦਮ ਜ਼ਿਆਦਾ ਮਾਤਰਾ ਵਿੱਚ ਨਾ ਹੋ ਜਾਵੇ ਜਿਸ ਨਾਲ ਸਾਡਾ ਨੁਕਸਾਨ ਹੋਵੇ ਤੇ ਹੜ੍ਹਾਂ ਵਾਲੀ ਸਥਿਤੀ ਜਿਹੜੀ ਹੈ ਉਤਪੰਨ ਹੋ ਜਾਂਦੀ ਹੈ। ਜਿਹੜੇ ਕੁਝ ਸਮਾਜ ਦੇ ਵਰਗ ਨੇ, ਜਿਹੜੇ ਵਿਚਾਰਿਆਂ ਦੀਆਂ ਛੱਤਾਂ ਅਜੇ ਉਨੀਆਂ ਪੱਕੀਆਂ ਨਹੀਂ, ਉਹਨਾਂ ਨੂੰ ਫਿਰ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ। ਕੁਦਰਤ ਆਪਣੇ ਆਪ ਬੈਲੈਂਸ ਬਣਾ ਲਵੇ ਤੇ ਬਣਾ ਲਵੇ, ਵਧੀਆ ਗੱਲ ਹੈ ਵੈਸੇ, ਪਰ ਇਹ ਕਲਾਉਡ ਬਰਸਟ ਦੀਆਂ ਘਟਨਾਵਾਂ ਜਿਹੜੀਆਂ ਵੱਧ ਰਹੀਆਂ ਨੇ, ਵਾਤਾਵਰਨ ਤਬਦੀਲੀ ਦੇ ਨਾਲ ਵੀ ਇਸ ਨੂੰ ਜੋੜਿਆ ਜਾ ਸਕਦਾ। ਇਹ ਮਾੜੀ ਗੱਲ ਹੈ। ਸਾਨੂੰ ਇਹਨਾਂ ਵਾਸਤੇ ਕੋਈ ਨਾ ਕੋਈ ਤਿਆਰੀ ਗਾਂ ਵਾਸਤੇ ਕਰਨੀ ਪਏਗੀ। ਜੀ, ਤੇ ਕੁਲਦੀਪ ਜੀ, ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਅਗਲੀਆਂ ਚੋਣਾਂ ਦੀ ਤਿਆਰੀ ਤੋਂ ਪਹਿਲਾਂ ਕੁੰਭਕਰਨੀ ਨੀਂਦ ਤੋਂ ਜਾਗੀਏ। ਵੈਸੇ ਕੁੰਭਕਰਨ ਜਿਹੜਾ ਉਹ 6 ਮਹੀਨੇ ਸੌਂਦਾ ਸੀ ਤੇ 6 ਮਹੀਨੇ ਜਾਗਦਾ ਸੀ, ਇੰਜ ਕਿਹਾ ਜਾਂਦਾ ਹੈ, ਪਰ ਸਾਡੀ ਪੰਜਾਬ ਸਰਕਾਰ ਤਾਂ 4 ਸਾਲ 4.5 ਸਾਲ ਸੁੱਤੀ ਪਈ, ਹੁਣ ਜਾਗ ਕੇ ਕੀ ਕਰਨਾ ਚਾਹੁੰਦੀ ਹੈ? ਪਰ ਹੈਰਾਨੀ ਦੀ ਗੱਲ ਇੱਕ ਹੈ, ਜੇ ਕੁੰਭਕਰਨ 6 ਮਹੀਨੇ ਜਾਗਦਾ ਤੇ 6 ਮਹੀਨੇ ਸੌਂਦਾ ਸੀ, ਕੁੰਭਕਰਨੀ ਨੀਂਦ ਵਿੱਚੋਂ ਉਠਾਇਆ ਵੀ ਆਪਣਿਆਂ ਨੇ। ਨਵਜੋਤ ਸਿੰਘ ਸਿੱਧੂ ਨੇ ਉਠਾਇਆ, ਇਸ ਗੱਲ ਦਾ ਸਿਹਰਾ ਉਹਦੇ ਸਿਰ ਤੇ ਵੱਜਦਾ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਹੁਣ ਇਸ 6 ਮਹੀਨਿਆਂ ਦੇ ਦਰਮਿਆਨ ਜਾਂ 4 ਮਹੀਨਿਆਂ ਦੇ ਜਾਂ 7 ਦੇ ਜੋ ਵੀ ਇੱਕ ਟਾਈਮ ਫਰੇਮ ਹੋਵੇਗਾ, ਫਰਵਰੀ ਤੱਕ ਨਵੀਂ ਸਰਕਾਰ ਜਿਹੜੀ ਹੈ ਪੰਜਾਬ ਵਿੱਚ ਉਹ ਆ ਜਾਵੇਗੀ। ਪਰ ਉਦੋਂ ਤੱਕ ਇਹ ਕਿਹੜਾ ਕੰਮ ਮਾਰਨਗੇ ਜਿਸ ਨਾਲ ਸਾਨੂੰ ਕੋਈ ਸਟੇਬਿਲਿਟੀ ਮਿਲੇਗੀ ਤੇ ਸਾਨੂੰ ਕੋਈ ਦਿਸੇਗਾ ਕਿ ਆਹ ਕੰਮ ਹੋ ਰਹੇ ਨੇ। ਹੁਣ ਜਿਹੜੇ ਕੰਮ ਹੋ ਰਹੇ ਨੇ ਉਹਨਾਂ ਵਿੱਚੋਂ ਕੁਝ ਨੁਕਤਿਆਂ ਦੀ ਗੱਲਬਾਤ ਜਿਹੜੀ ਆ ਹੋਈ ਹੈ। 18 ਨੁਕਾਤੀ ਪ੍ਰੋਗਰਾਮ ਕੇਂਦਰੀ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਸੀ, ਸੌਂਪਿਆ ਸੀ ਕਿ ਤੁਸੀਂ ਇਹਨਾਂ ਤੇ ਕੰਮ ਕਰੋ। ਅਜੇ ਉਹਨਾਂ ਨੇ ਤਿਆਰੀ ਫੜਨੀ ਸੀ ਕੰਮ ਸ਼ੁਰੂ ਕਰਨ ਦੀ, ਤੇ ਉਧਰੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਉਸ ਰੌਲੇ ਰੱਪੇ ਦੇ ਹੇਠ ਸਾਰਾ ਕੁਝ ਇਸ ਤਰ੍ਹਾਂ ਛੁਪ ਗਿਆ, ਲੁਕ ਗਿਆ, ਦਬ ਗਿਆ, ਜਿਵੇਂ ਬਾਕੀ ਹੋਰ ਕੋਈ ਮੁੱਦਾ ਹੀ ਨਾ ਹੋਵੇ। ਪੰਜਾਬ ਦੇ ਵੱਡੇ ਵੱਡੇ ਮੁੱਦੇ ਬੋਨੇ ਜਾਪਣ ਲੱਗ ਪਏ ਕੁਝ 1-2 ਘੰਟਿਆਂ ਵਾਸਤੇ। ਘੱਟੋ ਘੱਟ ਜਿੱਦਣ ਸਹੁੰ ਚੁੱਕ ਸਮਾਗਮ ਸੀ, ਹਰ ਇੱਕ ਦੀ ਜ਼ੁਬਾਨ ਤੇ ਇਹੋ ਗੱਲ ਸੀ। ਕੈਪਟਨ ਅਮਰਿੰਦਰ ਸਿੰਘ ਹੰਡੇ ਹੋਏ ਸਿਆਸਤਦਾਨ ਨੇ ਤੇ ਦੂਸਰੀ ਵਾਰੀ ਮੁੱਖ ਮੰਤਰੀ ਬਣੇ ਨੇ। 9.5 ਸਾਲ ਤਕਰੀਬਨ ਉਹਨਾਂ ਦਾ ਰਾਜ ਭਾਗ ਜਿਹੜਾ ਹੈ ਪੰਜਾਬ ਤੇ ਹੋ ਜਾਵੇਗਾ, ਤੇ ਜਦੋਂ ਉਹਨਾਂ ਦੇ ਇਹ ਸਾਲ ਪੂਰਾ ਹੋਵੇਗਾ ਤੇ ਫਿਰ ਪੂਰੇ 10 ਸਾਲ ਹੋ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੂੰ ਜੋ 18 ਨੁਕਾਤੀ ਪ੍ਰੋਗਰਾਮ ਸੌਂਪਿਆ ਗਿਆ, ਉਸ ਦਾ ਤੇ ਪਤਾ ਨਹੀਂ ਕੀ ਬਣਿਆ, ਪਰ ਉਸ ਦੇ ਵਿੱਚੋਂ ਸਿੱਧੂ ਸਾਹਿਬ ਜਿਹੜੇ ਨੇ 1-2 ਦਿਨ ਪਹਿਲਾਂ ਉਹਨਾਂ ਦੇ ਮੀਟਿੰਗ ਕਰਕੇ ਆਏ ਨੇ, ਚਾਹ ਪਾਣੀ ਜਿੱਥੇ ਪੀਤਾ ਗਿਆ, ਉੱਥੇ ਉਹਨਾਂ ਨੂੰ 4-5 ਨੁਕਤੇ ਜਿਹੜੇ ਨੇ ਹੋਰ ਦਿੱਤੇ ਗਏ। ਤੁਸੀਂ ਕੁਝ ਕਹਿਣ ਲੱਗੇ ਸੀ? ਮੈਂ ਕਹਿਣ ਲੱਗੀ ਸੀ, ਨਹੀਂ, ਉਹ ਜਿਹੜੇ 18 ਨੁਕਾਤੀ ਪ੍ਰੋਗਰਾਮ ਹੈ ਨਾ, ਉਹਦੇ ਸੰਬੰਧੀ ਮਤਲਬ ਕੈਪਟਨ ਅਮਰਿੰਦਰ ਸਿੰਘ ਨੇ ਪੀਐਮਓ ਦੇ ਰਾਹੀਂ ਰਿਪੋਰਟ ਤਿਆਰ ਕਰਨ ਲਈ ਕਹਿ ਦਿੱਤਾ ਹੋਇਆ। ਵੈਸੇ ਵੀ ਅਸੀਂ ਕਿਹੜਾ ਕੰਮ ਕੀਤਾ ਹੈ, ਪਰ ਰਿਪੋਰਟ ਦੇ ਉੱਪਰੋਂ ਤੇ ਜਦੋਂ ਉੱਪਰਲੀ ਰਿਪੋਰਟ ਆ ਜਾਂਦੀ ਹੈ, ਹਾਂਜੀ, ਤੇ ਜਦੋਂ ਵੱਡਾ ਸੀਟੀ ਸਕੈਨ ਦੀ ਰਿਪੋਰਟ ਆ ਜਾਵੇ ਤੇ ਫਿਰ ਛੋਟੇ ਜਿਹੜੇ ਟੈਸਟ ਹੋਏ ਹੁੰਦੇ ਨੇ ਉਹਨਾਂ ਦੀ ਕੋਈ ਬਹੁਤੀ ਅਹਿਮੀਅਤ ਕਈ ਵਾਰੀ ਰਹਿ ਨਹੀਂ ਜਾਂਦੀ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਨੇ ਮਿਲ ਕੇ ਜਿਹੜੇ ਨੁਕਤੇ ਸੌਂਪੇ ਨੇ, ਉਸ ਵਿੱਚ ਜਿਹੜੀਆਂ ਗੱਲਾਂ ਹੋਈਆਂ ਨੇ, ਇੱਕ ਤੇ ਬਿਜਲੀ ਤੇ ਕਾਰਵਾਈ ਹੋਣੀ ਸ਼ੁਰੂ ਹੋ ਗਈ। ਬਿਜਲੀ ਤੇ ਕਾਰਵਾਈ ਇਹ ਹੈ ਕਿ 2 ਅਦਾਰੇ ਬਣਾ ਦਿੱਤੇ ਸੀ ਅਕਾਲੀਆਂ ਨੇ। ਪਹਿਲਾਂ ਹੁੰਦਾ ਸੀ PSCB, ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ, ਫਿਰ ਇਸ ਨੂੰ ਬਣਾ ਦਿੱਤਾ ਗਿਆ PSPCL। PSPCL ਜੋ ਲੋਕਾਂ ਨੂੰ ਜੋ ਬਿੱਲ ਵਗੈਰਾ ਜਾਂਦੇ ਨੇ, ਬਿੱਲ ਦੇਣੇ ਹੁੰਦੇ ਨੇ, ਇੱਕ ਕਿਸਮ ਦੇ ਖਾਤਾ ਜਾਂ ਸਿਸਟਮ ਦਾ ਬਣਾਤਾ। ਇੱਕ ਵੀ ਟਰਾਂਸਮਿਸ਼ਨ ਵਾਲਾ ਟਰਾਂਸਕੋ,
ਉਹ ਸਾਰਾ ਜਿਹੜਾ ਸੀ ਪਾਵਰਕਾਮ ਬੇਸਿਕਲੀ ਇੱਕ ਅਦਾਰਾ ਇੱਕ ਬਣਾ ਕੇ ਉਹਨਾਂ ਨੂੰ ਪੂਰੇ ਨਵੇਂ ਰਜਿਸਟਰ ਦਿੱਤੇ ਗਏ ਸੀ। ਛੱਡ ਦਿਓ ਪੁਰਾਣੇ ਘਾਟੇ, ਉਹਨਾਂ ਨੂੰ ਕਿਹਾ ਗਿਆ ਸੀ ਛੱਡ ਦਿਓ ਸਾਰੀਆਂ ਗੱਲਾਂ, ਤੁਸੀਂ ਨਵੇਂ ਵਹੀ ਖਾਤੇ ਫੜੋ, ਜ਼ੀਰੋ ਤੇ ਤੁਸੀਂ ਪੁਰਾਣੀ ਤੇ ਲੀਕ ਅਸੀਂ ਮਾਰੀ ਹੈ ਤੇ ਤੁਸੀਂ ਨਵੇਂ ਤੋਂ ਸ਼ੁਰੂ ਕਰੋ ਤੇ ਸਾਨੂੰ ਦੱਸੋ ਤੁਸੀਂ ਹੁਣ ਕੀ ਕਾਰਗੁਜ਼ਾਰੀ ਵਿਖਾਉਂਦੇ ਹੋ। ਤੇ ਨਵੇਂ ਖਾਤਿਆਂ ਦਾ ਵੀ ਹਾਲ ਉਹੀ ਹੋਇਆ। ਪਾਵਰਕਾਮ ਦਾ ਇਹ ਕਹਿਣਾ ਹੈ ਉਹਨਾਂ ਦੇ ਪੁਰਾਣੇ ਵੱਡੇ ਅਧਿਕਾਰੀਆਂ ਦਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਤੌਰ ਤੇ ਇੱਕ ਸਿਸਟਮ ਜਿਹਾ ਚੱਲ ਪਿਆ ਕਿ ਇੱਥੇ ਕੋਈ ਕਿਹਨੂੰ ਬਿਜਲੀ ਦੇ ਰਿਹਾ ਫ੍ਰੀ, ਕੋ 200 ਯੂਨਿਟ ਕੋ ਕੁਛ ਤੇ ਉਹਦੇ ਨਾਲ ਜਿਹੜਾ ਸੀ ਉਹ ਪਾਵਰਕਾਮ ਤੇ ਇੰਨਾ ਵੱਡਾ ਬੋਝ ਪੈ ਜਾਂਦਾ। ਅਸੀਂ ਚੋਣ ਵਾਅਦੇ ਇਹ ਕਰਦੇ ਨੇ ਤੇ ਪੂਰੇ ਸਾਨੂੰ ਕਰਨੇ ਪੈਂਦੇ ਨੇ। ਉਹ ਪਿੱਛੇ ਲੈ ਜਾਂਦੇ ਨੇ ਕਿ ਬੀਬੀ ਰਜਿੰਦਰ ਕੌਰ ਭੱਠਲ ਦੀ ਜਦੋਂ ਸਰਕਾਰ ਸੀ ਪੰਜਾਬ ਦੇ ਵਿੱਚ ਤੇ ਪਤਾ ਉਹਨਾਂ ਨੂੰ ਵੀ ਸੀ ਕਿ ਕਾਂਗਰਸ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੈ ਤੇ ਸਰਕਾਰ ਦੁਆਰਾ ਬਣਦੇ ਅਸਾਰ ਨਹੀਂ ਜਾਪਦੇ। ਬੇਅੰਤ ਸਿੰਘ ਦਾ ਕਤਲ ਹੋ ਚੁੱਕਾ ਸੀ, ਹਰਚੰਦ ਸਿੰਘ ਬਰਾੜ ਗੱਦੀਓਂ ਲੱਥ ਚੁੱਕੇ ਸੀ ਤੇ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਅਗਲੇ ਮੁੱਖ ਮੰਤਰੀ ਬਣਦੇ ਨੇ। ਬੀਬੀ ਰਜਿੰਦਰ ਕੌਰ ਭੱਠਲ ਨੇ ਉਦੋਂ ਕਹਿ ਦਿੱਤਾ ਕਿ ਅਸੀਂ ਜਿਹੜੇ ਕਿਸਾਨ ਨੇ, ਛੋਟੇ ਕਿਸਾਨ ਨੇ, ਉਹਨਾਂ ਨੂੰ ਬਿਜਲੀ ਫ੍ਰੀ ਦੇਵਾਂਗੇ। ਤੇ ਜਦੋਂ ਅਕਾਲੀ ਦਲ ਦੀ ਵਾਰੀ ਆਈ ਤੇ ਅਕਾਲੀ ਦਲ ਨੇ ਕਹਿ ਦਿੱਤਾ ਕਿ ਅਸੀਂ ਥੋੜਾ ਜਿਹਾ, ਉਹਨਾਂ ਨੇ ਘੇਰਾ ਵਧਾ ਦਿੱਤਾ ਕਿ ਇਸ ਹੱਦ ਤੱਕ ਜਿਹਨਾਂ ਦੀ ਜ਼ਮੀਨ ਹੋਵੇਗੀ ਉਹਨਾਂ ਦੇ ਬਿਜਲੀ ਦੇ ਬਿੱਲ ਮਾਫ ਕਰਾਂਗੇ। ਫਿਰ ਜਦੋਂ ਸਰਕਾਰ ਆਈ ਤੇ ਰੌਲਾ ਪਿਆ ਕਿ ਜਿਹਦੇ ਮਾਫ ਹੀ ਕਰਨੇ ਤੇ ਸਾਰਿਆਂ ਦੇ ਕਰੋ। ਪੰਜਾਬ ਪੂਰੇ ਖੇਤਰ ਦੇ ਕਿਸਾਨਾਂ ਦੇ ਬਿੱਲ ਮਾਫ ਕਰ ਦਿੱਤੇ ਗਏ। ਫਿਰ ਯੂਨਿਟ ਮਾਫ ਕਰਨ ਦੀ ਗੱਲ ਆ ਗਈ। ਯੂਨਿਟ ਮਾਫ ਕਰਨ ਦੇ ਮੁੱਦੇ ਤੇ ਵੀ ਇਹੋ ਕੁਝ ਹੋਇਆ। ਪਹਿਲਾਂ ਜਿਹੜੇ ਜਿੰਨੇ ਦਿੱਤੇ ਜਾਂਦੇ ਸੀ, ਜਿਹੜੇ ਇੱਕ ਵਰਗ ਨੂੰ ਕੋਈ ਸਹੂਲਤ ਦਿੱਤੀ ਜਾਂਦੀ ਸੀ, ਦੂਸਰੇ ਨੇ ਰੌਲਾ ਪਾ ਦਿੱਤਾ ਕਿ ਦਲਿਤ ਭਾਈਚਾਰੇ ਦਾ ਤੇ ਗਰੀਬ ਵਰਗ ਦਾ ਕੀ ਕਸੂਰ ਹੈ, ਉਹ ਕਿਉਂ ਬਿੱਲ ਦੇਣ, ਫਿਰ ਉਹਨਾਂ ਨੂੰ ਵੀ ਦਿਓ ਸਹੂਲਤ। ਸੋ ਉਹਨਾਂ ਦੇ ਬਿੱਲ ਮਾਫ ਕਰਨੇ ਪੈ ਗਏ। ਰਹਿੰਦੀ ਖੁੰਦੀ ਪਸੂੜੀ ਜਿਹੜੀ ਸੀ ਉਹ ਕੇਜਰੀਵਾਲ ਸਾਹਿਬ ਨੇ ਪਾ ਦਿੱਤੀ ਹੁਣ ਕਿ ਇੰਨੇ ਯੂਨਿਟ ਅਸੀਂ ਦੇਣੇ ਨੇ, ਮੁਫਤ ਦੇਣੇ ਨੇ ਤੇ ਫਿਰ ਗੱਲ ਕਰਾਂਗੇ, ਤੁਸੀਂ ਸਾਨੂੰ ਵੋਟਾਂ ਪਾਓ। ਹੁਣ ਕਾਂਗਰਸ ਇੱਕ ਕਸੂਤੀ ਸਥਿਤੀ ਦੇ ਵਿੱਚ ਫਸ ਗਈ। ਉਹ ਇਸ ਤਰ੍ਹਾਂ ਫਸ ਗਏ ਕਿ ਇਹਨਾਂ ਨੂੰ ਇਹ ਸਮਝ ਨਹੀਂ ਆਇਆ ਕਿ ਜੇ ਅਸੀਂ ਹੁਣ ਐਲਾਨ ਕਰਦੇ ਹਾਂ ਕਿ ਉਹਨਾਂ ਤੋਂ ਵਧਾ ਕੇ ਯੂਨਿਟ ਕੋ ਮਾਫ ਕਰਦੇ ਹਾਂ ਤੇ ਕੀ ਅਸੀਂ ਜਿਹੜੇ ਪਹਿਲਾਂ ਵਾਅਦੇ ਕੀਤੇ ਹੋਏ ਸੀ ਉਹ ਅਸੀਂ ਪੂਰੇ ਕੀਤੇ ਨੇ? ਉਹ ਤਾਂ ਹੋਏ ਨਾ। ਹੁਣ ਕਾਂਗਰਸ ਨੇ ਇਸੇ ਚਾਲ ਨੂੰ ਤੋੜਦੇ ਹੋਏ ਕੁਝ ਹੋਰ ਤਰ੍ਹਾਂ ਦੇ ਸਟੈਪ ਲੈਣ ਦਾ ਯਤਨ ਕੀਤਾ। ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਬੇਸਿਕਲੀ ਜਿਹੜਾ ਮਾਡਲ ਪੇਸ਼ ਕਰ ਰਹੇ ਸੀ ਕਿ ਇਦਾਂ ਗੱਲ ਨਹੀਂ ਬਣਨੀ, ਬਿਜਲੀ ਦੀ ਘਾਟ ਪੂਰੀ ਨਹੀਂ ਹੋਣੀ ਤੇ ਇਹ ਜਿਹੜੇ PPE ਸਮਝੌਤੇ ਨੇ ਉਹ ਰੱਦ ਕਰੋ ਭਾਈ। ਜਿਹੜੇ ਪ੍ਰਾਈਵੇਟ ਕੰਪਨੀਆਂ ਨੂੰ, ਥਰਮਲ ਪਾਵਰਾਂ ਨੂੰ, ਸੋਲਰਾਂ ਨੂੰ, ਬਾਇਓਮਾਸ ਦੇ 122 ਪ੍ਰੋਜੈਕਟ ਤੇ ਸੋਲਰ ਦੇ 12 ਪ੍ਰੋਜੈਕਟ ਪੰਜਾਬ ਵਿੱਚ ਜਿਹੜੇ ਸੀ ਉਹ ਪੰਜਾਬ ਸਰਕਾਰ ਨਾਲ ਸਮਝੌਤੇ ਹੋਏ ਅਕਾਲੀ ਦਲ ਦੇ ਵੇਲੇ। ਉਹਨਾਂ ਸਾਰਿਆਂ ਨੂੰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿੰਨੀ ਦੇਰ ਤੱਕ ਰੱਦ ਨਹੀਂ ਕਰਦੇ ਇਹ ਕੁਝ ਬਣਨਾ ਨਹੀਂ, ਬਿਜਲੀ ਦੀ ਘਾਟ ਵੀ ਪੂਰੀ ਨਹੀਂ ਹੋਣੀ ਤੇ ਬਿਜਲੀ ਲੋਕਾਂ ਨੂੰ ਸਸਤੀ ਵੀ ਨਹੀਂ ਮਿਲਣੀ। ਹੁਣ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਉਹਨਾਂ ਨਾਲ ਜਿਹੜੇ ਸਮਝੌਤੇ ਹੋ ਚੁੱਕੇ ਉਹਨਾਂ ਤੋਂ ਬਾਹਰ ਚੱਲ ਨਹੀਂ ਸੀ ਸਕਦੇ, ਇਸ ਕਰਕੇ ਜਿਹੜੀਆਂ ਸ਼ਰਤਾਂ ਅਸੀਂ ਉਹਨਾਂ ਨਾਲ ਕੀਤੀਆਂ ਹੋਈਆਂ ਸੀ ਤੈਅ, ਸਾਨੂੰ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਪੇਮੈਂਟ ਇੱਕ ਵਾਰੀ ਕਰਨੀ ਪੈਣੀ ਸੀ। ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਰੱਦ ਕਰੋ ਸਾਰੇ ਸਮਝੌਤੇ ਤੇ ਰੈਗੂਲੇਟਰੀ ਅਥਾਰਟੀ ਦੇ ਥਰੂ ਇਹ ਰੱਦ ਹੋਣੇ ਨੇ। ਪੰਜਾਬ ਸਰਕਾਰ ਨੇ ਹੁਣ ਕਹਿੰਦੇ ਨੇ ਕਿ ਹੁਕਮ ਚਾੜ ਦਿੱਤਾ ਕਿ ਘੱਟੋ ਘੱਟ ਇੱਕ ਥਰਮਲ ਪਲਾਂਟ ਹੈ ਜਿਹੜਾ ਤਲਵੰਡੀ ਸਾਬੋ ਵਾਲਾ, ਉਹਨਾਂ ਨੂੰ ਤਾਂ ਚਿੱਠੀ ਪਾ ਦਿਓ ਕਿ ਭਾਈ ਤੁਹਾਡੇ ਨਾਲ ਸਾਡਾ ਸਮਝੌਤਾ ਰੱਦ ਹੋ ਗਿਆ। ਪਰ ਕਿਉਂਕਿ ਉਹਨਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਉਹ ਬਿਜਲੀ ਦੀ ਸਪਲਾਈ ਇਸ ਵਾਰੀ ਪੂਰੀ ਨਹੀਂ ਕਰ ਸਕੇ ਤੇ ਸਰਕਾਰ ਨੂੰ ਝੋਨੇ ਦੀ ਲਵਾਈ ਵਾਸਤੇ, ਬਿਜਾਈ ਵਾਸਤੇ ਤੇ ਬਾਅਦ ਵਿੱਚ ਪਾਣੀ ਵਾਸਤੇ ਲੋੜੀਂਦੀ ਬਿਜਲੀ ਉਹ ਨਹੀਂ ਦੇ ਸਕੇ ਤਾਪ ਘਰ ਤੇ ਸਰਕਾਰ ਨੂੰ ਆਸੇ ਪਾਸਿਓਂ ਹੱਥ ਮਾਰਨੇ ਪੈ ਗਏ। ਜੇ ਬਰਸਾਤ ਨਾ ਲੱਗਦੀ ਭਲਾ ਸਰਕਾਰ ਦਾ ਕੀ ਬਣਦਾ? ਜੀ ਕੁਲਦੀਪ ਜੀ, ਆਪਾਂ ਇਸੇ ਮੁੱਦੇ ਤੇ ਵਾਪਸ ਪਰਤਦੇ ਹਾਂ ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਬਿਜਲੀ ਸਮਝੌਤਿਆਂ ਤੇ ਤੁਸੀਂ ਆਪਾਂ ਗੱਲਬਾਤ ਕਰ ਰਹੇ ਸੀ। ਇਸ ਦੌਰਾਨ ਮੇਰੇ ਮਨ 'ਚ ਇੱਕ ਸਵਾਲ ਆਇਆ ਹੈ ਬਈ ਪੰਜਾਬ ਦੇ ਲੋਕ ਜਿਹੜੇ ਨੇ ਉਹ ਬਿਜਲੀ ਦਾ ਬਿੱਲ ਨਹੀਂ ਤਾਰਦੇ ਤੇ ਉਹਨਾਂ ਦੀ ਬਿਜਲੀ ਕੱਟ ਦਿੰਦੇ ਆ, ਪਰ ਸਰਕਾਰੀ ਵਿਭਾਗ ਜਿਹੜੇ ਕਿੰਨਾ ਕਰੋੜਾਂ ਦਾ ਬਕਾਇਆ ਰਹਿ ਜਾਂਦਾ ਤੇ ਉਹਨਾਂ ਦੀਆਂ ਬੱਤੀਆਂ ਤੇ ਕਦੀ ਗੁੱਲ ਨਹੀਂ ਕੀਤੀਆਂ ਸਰਕਾਰ ਨੇ। ਪਰਮਿੰਦਰ ਜੀ, ਇਹਨਾਂ ਅੱਖਾਂ ਨਾਲ ਮੈਂ ਸਰਕਾਰੀ ਅਦਾਰਿਆਂ ਦੀਆਂ ਕੁੰਡੀਆਂ ਲੱਗੀਆਂ ਹੋਈਆਂ ਵੇਖੀਆਂ ਨੇ, ਅੱਜ ਵੀ ਲੱਗੀਆਂ ਹੋਈਆਂ ਨੇ। ਇਹ ਸਿਸਟਮ ਹੀ ਇਸੇ ਤਰ੍ਹਾਂ ਬਣ ਗਿਆ ਸਾਡਾ। ਬਿਜਲੀ ਘਰ ਇੱਕ ਠੀਕ ਠਾਕ ਜਿਹਾ ਬਿਜਲੀ ਘਰ ਜਿਹੜਾ ਹੋਵੇ, ਤੁਸੀਂ ਉੱਥੇ ਜਾ ਕੇ ਕਦੀ ਬਿਜਲੀ ਦੀ ਫਿਟਿੰਗ ਵੱਲ ਧਿਆਨ ਮਾਰਿਓ ਕੋਈ ਕਿਸ ਕੁਆਲਿਟੀ ਦੀ ਹੋਈ ਹੈ ਤੇ ਉਹਨਾਂ ਦੀ ਟੈਸਟ ਰਿਪੋਰਟ ਕੌਣ ਪਾਸ ਕਰਦਾ ਹੈ ਕੋਈ ਪੁੱਛਣ ਵਾਲਾ? ਪਰ ਇਹ ਘਾਟੇ ਵਾਧੇ ਜਿਹੜੇ ਨੇ ਟਰਾਂਸਮਿਸ਼ਨ, ਹੁਣ ਇੱਕ ਤਾਪ ਘਰ ਨੂੰ ਜਿਹੜਾ ਬਲੀ ਦਾ ਬੱਕਰਾ ਬਣਾ ਕੇ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ? ਮੈਂ ਇੱਕ ਸਵਾਲ ਤੁਹਾਨੂੰ ਪੁੱਛਦਾ, ਜੇ ਕੋਈ ਅਸੀਂ ਆਪਸ ਵਿੱਚ ਸਮਝੌਤਾ ਕਰਦੇ ਹਾਂ, ਲਿਖਤੀ ਉਹ ਸਮਝੌਤਾ ਹੋਵੇ
ਤੇ ਸਮਝੌਤੇ ਵਿੱਚ ਸਾਰੀਆਂ ਸ਼ਰਤਾਂ ਹੁਣ ਸਮਝੌਤਾ ਇਸ ਤਰ੍ਹਾਂ ਤਾਂ ਹੁੰਦਾ ਨਹੀਂ ਕਿ ਅਸੀਂ ਤੇਰੇ ਕੋਲੋਂ ਆਹ ਚੀਜ਼ ਲੈਣੀ ਫਿਰ ਸਮਝੌਤਾ ਕਰਨ ਦੀ ਲੋੜ ਕੀ ਹੈ ਲੋੜ ਪਈ ਤੇ ਲੈ ਲੈਣੀ ਤਾਂ ਨਾ ਲਈ ਜੀ ਸਮਝੌਤਾ ਤੇ ਲੰਬੇ ਸਮੇਂ ਲਈ ਹੁੰਦਾ ਜੀ ਹੁਣ ਵੀ ਇਹੋ ਹੀ ਆਖਿਆ ਜਾ ਰਿਹਾ ਕਿ ਸਮਝੌਤੇ ਲੰਬੇ ਸਮੇਂ ਲਈ ਕਰ ਦਿੱਤੇ ਗਏ ਨੇ ਜੀ ਤੇ ਮੈਂ ਸਾਲ ਬਾਅਦ ਉੱਠ ਕੇ ਇਹ ਕਹਿ ਦੇਵਾਂ ਕਿ ਮੈਂ ਸਮਝੌਤਾ ਕੈਂਸਲ ਕਰਦਾ ਇਦਾਂ ਹੋ ਨਹੀਂ ਸਕਦਾ ਵੈਸੇ ਇਦਾਂ ਹੋ ਨਹੀਂ ਸਕਦਾ ਸਮਝੌਤੇ ਵਿੱਚ ਕੀ ਲਿਖਿਆ ਗਿਆ ਜੀ ਕਿ ਇਹ ਤਾਪ ਘਰਾਂ ਵਾਲੇ ਜਿਹੜੇ ਅਦਾਲਤਾਂ ਵਿੱਚ ਨਾ ਜਾਣਗੇ ਜੀ ਇੱਕ ਮਿੰਟ ਲਈ ਚਲੋ ਮੰਨ ਲਈਏ ਵੀ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਸਰਕਾਰ ਚਾਹੇ ਤੇ ਸਭ ਕੁਝ ਹੋ ਸਕਦਾ ਹੈ ਜੀ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਉਹ ਸਰਕਾਰ ਦੇ ਅੱਗੇ ਬੋਲੇ ਜੀ ਤੇ ਅਦਾਲਤ ਇਸ ਦੇ ਵਿੱਚ ਕੁਝ ਸ਼ਾਇਦ ਨਾ ਕੋਈ ਇੰਟਰਫੇਅਰ ਕਰੇ ਜੀ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਅੱਜ ਅਸੀਂ 2-3 ਪ੍ਰਾਈਵੇਟ ਕੰਪਨੀਆਂ ਨੂੰ ਇਸ ਤਰ੍ਹਾਂ ਥਰਮਲ ਪਾਵਰ ਪਲਾਂਟ ਬੰਦ ਕਰਨ ਲਈ ਮਜਬੂਰ ਕਰ ਦਿੰਦੇ ਹਾਂ ਬਜਾਏ ਇਸ ਦੇ ਕਿ ਅਸੀਂ ਉਹਨਾਂ ਦੇ ਨਾਲ ਕੀਤੇ ਗਏ ਸਮਝੌਤਿਆਂ ਨੂੰ ਕੋਈ ਕਿਸੇ ਤਰੀਕੇ ਨਾਲ ਨਜਿੱਠੀਏ ਤੇ ਆਪਣਾ ਸਿਸਟਮ ਬਣਾਈਏ ਤੇ ਕੱਲ ਨੂੰ ਕੌਣ ਇੱਥੇ ਆਵੇਗਾ ਬਿਜਲੀ ਪੈਦਾ ਕਰਨ ਜਾਂ ਹੋਰ ਕੋਈ ਇੰਡਸਟਰੀ ਲਾਉਣ ਜੀ ਇਹ ਸਾਨੂੰ ਸੋਚਣਾ ਪਏਗਾ ਇਹਨਾਂ ਗੱਲਾਂ ਦਾ ਜਿਹੜਾ ਬੈਲੈਂਸ ਹੈ ਉਹ ਸਰਕਾਰ ਨੇ ਬਣਾਉਣਾ ਹੈ ਸਰਕਾਰ ਦੇ ਅਫਸਰਾਂ ਨੇ ਬਣਾਉਣਾ ਹੈ ਮਾਹਰਾਂ ਨੇ ਬਣਾਉਣਾ ਹੈ ਜੀ ਅਸੀਂ ਇੱਥੇ ਬੈਠ ਕੇ ਸਿਰਫ ਵਿਸ਼ਲੇਸ਼ਣ ਕਰ ਸਕਦੇ ਹਾਂ ਜਿਹੜੀਆਂ ਗੱਲਾਂ ਆਉਣ ਵਾਲੇ ਸਮੇਂ 'ਚ ਹੋ ਸਕਦੀਆਂ ਨੇ ਜੀ ਖਾਮਿਆਜ਼ਾ ਕਿਹਨੂੰ ਭੁਗਤਣਾ ਪੈਂਦਾ ਹੈ ਅਲਟੀਮੇਟਲੀ ਬੋਝ ਤੇ ਲੋਕਾਂ ਤੇ ਪੈਂਦਾ ਹੈ ਚਾਹੇ ਉਹ ਸਰਕਾਰ ਦੇਵੇ ਤੇ ਚਾਹੇ ਕੋਈ ਹੋਰ ਜੀ ਕੁਝ ਅੰਕੜੇ ਮੈਂ ਆਪ ਜੀ ਨਾਲ ਸਾਂਝੇ ਕਰਨੇ ਚਾਹਾਂਗਾ ਜੀ ਹਰਿਆਣੇ ਦੇ ਡੋਮੈਸਟਿਕ ਜਿਹੜੇ ਲੋਕ ਨੇ ਘਰੇਲੂ ਖਪਤਕਾਰ ਨੇ ਉਹ 150 ਯੂਨਿਟ ਤੱਕ 2.5 ਰੁਪਏ ਦਿੰਦੇ ਨੇ ਜੀ 250 ਯੂਨਿਟ ਤੱਕ 5.25 ਰੁਪਏ ਜੀ 500 ਯੂਨਿਟ ਤੱਕ 6 ਰੁਪਏ 30 ਪੈਸੇ ਦਿੰਦੇ ਨੇ ਤੇ ਇਸ ਤੋਂ ਉੱਪਰ 7 ਰੁਪਏ 10 ਪੈਸੇ ਜੀ ਇਸੇ ਤਰ੍ਹਾਂ ਹਰਿਆਣਾ ਚੰਡੀਗੜ੍ਹ ਦੇ ਵਿੱਚ 150 ਯੂਨਿਟ ਤੱਕ 2.5 ਰੁਪਏ 400 ਤੱਕ 4.25 400 ਤੋਂ ਉੱਪਰ 4 ਰੁਪਏ 65 ਪੈਸੇ ਜੀ ਜਦਕਿ ਪੰਜਾਬ ਦੇ 100 ਯੂਨਿਟ ਤੱਕ 3 ਰੁਪਏ 49 ਪੈਸੇ 300 ਤੱਕ 5 ਰੁਪਏ 84 ਪੈਸੇ ਤੇ 300 ਤੋਂ ਉੱਪਰ 7 ਰੁਪਏ 30 ਪੈਸੇ ਪ੍ਰਤੀ ਯੂਨਿਟ ਬਿੱਲ ਅਦਾ ਕਰਨਾ ਪੈਂਦਾ ਹੈ ਜੀ ਇਹ ਸਾਨੂੰ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ ਠੀਕ ਹੈ ਪੰਜਾਬ ਕੋਲ ਰਿਸੋਰਸਿਸ ਵੀ ਹੋਣਗੇ ਜੀ ਅਗਾਂਹ ਵਧੂ ਸੂਬਾ ਇਸ ਵਿੱਚ ਕੋਈ ਸ਼ੱਕ ਨਹੀਂ ਜੀ ਪਰ ਸਾਨੂੰ ਇਸ ਤਰ੍ਹਾਂ ਸਮਝੌਤੇ ਕਰਕੇ ਲੁੱਟਿਆ ਗਿਆ ਸਿਰਫ ਆਪਣੀ ਇੱਕ ਅੜੀ ਪਗਾਉਣ ਲਈ ਕਿ ਸਰਪਲਸ ਸੂਬਾ ਹੋਵੇਗਾ ਜੀ ਉਹਨਾਂ ਗੱਲਾਂ ਤੇ ਉਹਨਾਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ ਪਰ ਸਵਾਲ ਫੇਰ ਉੱਥੇ ਆ ਜਾਂਦਾ ਹੈ ਕਿ 4.5 ਸਾਲ ਦਾ ਹਿਸਾਬ ਕੌਣ ਦੇਵੇਗਾ ਜੀ ਪਹਿਲੀ ਸਰਕਾਰ ਨੂੰ ਤੇ ਜ਼ਿੰਮੇਵਾਰ ਮੰਨ ਲੈਂਦੇ ਆ ਜੀ ਕਿ ਉਹਨਾਂ ਨੇ ਕੋਈ ਸੌਦੇ ਨਹੀਂ ਕੀਤੇ ਸੋਹਣੇ ਜੀ ਤੇ ਲੋਕਾਂ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਜਿਨ੍ਹਾਂ ਨੂੰ ਬਿਠਾਇਆ ਸੀ ਉਹਨਾਂ ਨੇ ਕੀ ਕੀਤਾ ਜੀ ਹੁਣ ਇਸ ਤਰ੍ਹਾਂ ਕਿਸ ਤਰ੍ਹਾਂ ਰੱਦ ਹੋਣਗੇ ਗੱਲ ਅਸੀਂ ਹੁਣ ਬਿਜਲੀ ਤੋਂ ਹਟਾ ਕੇ ਥੋੜਾ ਜਿਹਾ ਦੇਖੀਏ ਪੰਜਾਬ ਸਰਕਾਰ ਹੋਰ ਕੀ ਕਰ ਰਹੀ ਹੈ ਜੀ ਇੱਕ ਤੇ ਜਿਹੜੇ ਸਿੱਧੂ ਸਾਹਿਬ ਨੇ ਨੁਕਤੇ ਸੌਂਪੇ ਨੇ ਉਹਨਾਂ ਵਿੱਚ ਕਿਹਾ ਕਿ ਗੋਲੀ ਕਾਂਡ ਤੇ ਬੇਅਦਬੀ ਕਾਂਡ ਦੀ ਜਾਂਚ ਤੇਜ਼ ਕਰਾ ਕੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇ ਜੀ ਪਹਿਲੀ ਤੇ ਗੱਲ ਅਸੀਂ ਕੀਤੀ ਕਿ ਸਰਕਾਰ ਸਮਝੌਤਿਆਂ ਨੂੰ ਕਿਵੇਂ ਇਸ ਤਰ੍ਹਾਂ ਖਤਮ ਰਾਤੋਂ ਰਾਤ ਕਰਨ ਦੀ ਤਾਕਤ ਹੈ ਸਰਕਾਰ ਕੋਲ ਜੀ ਤੇ ਬੇਅਦਬੀ ਕਾਂਡ ਜਿਸ ਦੀ ਜਾਂਚ ਵਾਸਤੇ ਸਿੱਟ ਬੈਠੀ ਹੋਈ ਆ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਜੀ ਸਰਕਾਰ ਕੋਲ ਤਾਕਤ ਹੈ ਕਿ ਉਸ ਨੂੰ ਛੇਤੀ ਕਰਕੇ ਤੇ ਫਿਨਿਸ਼ ਕੀਤਾ ਜਾਵੇ ਨਹੀਂ ਸਰਕਾਰ ਕੋਲ ਤਾਂ ਸਾਰੀਆਂ ਤਾਕਤਾਂ ਨੇ ਜੋ ਚਾਹੇ ਕਰ ਸਕਦੀ ਹੈ ਵੈਸੇ ਸਰਕਾਰ ਕੀ ਅਦਾਲਤੀ ਕਾਰਵਾਈ ਦੇ ਵਿੱਚ ਵਿਘਨ ਪਾ ਸਕਦੀ ਜਾਂ ਸਰਕਾਰ ਅਦਾਲਤ ਨੂੰ ਇਹ ਕਹਿ ਸਕਦੀ ਤੁਸੀਂ ਛੇਤੀ ਫੈਸਲਾ ਦਿਓ ਨਹੀਂ ਅੰਦਰ ਖਾਤੇ ਜਾਂਚ ਦੀ ਕਾਰਵਾਈ ਤੇਜ਼ ਕਰ ਸਕਦੀ ਹੈ ਜੀ ਜਾਂਚਾਂ ਦੀਆਂ ਰਿਪੋਰਟਾਂ ਦੇ ਪਹਿਲਾਂ ਵੀ ਦਾਖਲ ਹੋਈਆਂ ਉਹਨਾਂ ਦਾ ਕੀ ਬਣਿਆ ਜੀ ਸੋ ਹੋਰ ਵੀ ਕਈ ਮੁੱਦੇ ਨੇ ਜਿਨ੍ਹਾਂ ਤੇ ਜਿਹੜੇ ਬੇਰੁਜ਼ਗਾਰ ਲੋਕ ਸੜਕਾਂ ਤੇ ਰੋਲ ਰਹੇ ਨੇ ਅਧਿਆਪਕ ਨੇ ਉਹਨਾਂ ਨਾਲ ਗੱਲਬਾਤ ਤੋਰਨ ਲਈ ਵੀ ਗੱਲ ਸਰਕਾਰ ਨੇ ਕੀਤੀ ਹੈ ਉਹਨਾਂ ਨਾਲ ਗੱਲਬਾਤ ਕਿਸੇ ਪਾਸੇ ਲੱਗਦੀ ਜਾਂ ਨਹੀਂ ਲੱਗਦੀ ਇਸ ਗੱਲ ਦਾ ਵੀ ਕੋਈ ਅੰਦਾਜ਼ਾ ਨਹੀਂ ਕੰਨ ਜ਼ਰੂਰ ਚੁੱਕ ਲਏ ਨੇ ਟਰਾਂਸਪੋਰਟ ਮਾਫੀਆ ਦੇ ਬਾਰੇ ਵੀ ਖਬਰ ਆਈ ਸੀ ਕਿ ਉਹਨਾਂ ਤੇ ਵੀ ਸ਼ਿਕੰਜਾ ਕੱਸਣ ਦੀ ਗੱਲ ਹੌਲੀ ਹੌਲੀ ਚੱਲ ਰਹੀ ਹੈ ਜੀ ਤੇ ਕੁਲਦੀਪ ਜੀ ਇਹ ਤਾਂ ਹੋ ਗਿਆ ਪੰਜਾਬ ਦੇ ਮਸਲਿਆਂ ਦੀ ਗੱਲ ਤੇ ਚਰਚਾ ਇਹ ਹੈ ਕਿ ਕਪਤਾਨ ਕਰਕੇ ਪੰਜਾਬ 'ਚ ਕਾਂਗਰਸ ਮਜ਼ਬੂਤ ਹੈ ਤੇ ਕਪਤਾਨ ਕਰਕੇ ਸੱਚੀ ਮੁੱਚੀ ਕਾਂਗਰਸ ਮਜ਼ਬੂਤ ਹੈ ਕਿ ਕਾਂਗਰਸ ਦੇ ਆਪਣੇ ਪੈਰ ਪੱਕੇ ਨੇ ਨਹੀਂ ਇਸ ਤਰ੍ਹਾਂ ਨਹੀਂ ਇਹਨਾਂ ਦੇ ਇੱਕ ਆਗੂ ਨੇ ਇਹ ਗੱਲ ਆਖੀ ਹੈ ਜੀ ਕਿ ਕੈਪਟਨ ਕਰਕੇ ਪੰਜਾਬ ਵਿੱਚ ਕਾਂਗਰਸ ਜਿਉਂਦੀ ਹੈ ਜੀ ਹੁਣ ਦੋਨਾਂ ਗੱਲਾਂ 'ਚ ਫਰਕ ਹੈ ਜਿਹੜੀ ਤੁਸੀਂ ਕੀਤੀ ਤੇ ਉਸ ਦੇ ਵਿੱਚ ਬੇਸਿਕ ਅੰਤਰ ਹੈ ਜੀ ਅੰਤਰ ਇਹ ਹੈ ਕਿ ਮਜ਼ਬੂਤ ਤੇ ਕਹਿ ਨਹੀਂ ਸਕਦੇ ਜੀ ਉਹਦੇ ਕਾਰਨ ਹੋਰ ਬਹੁਤ ਹੋ ਸਕਦੇ ਨੇ ਜੀ ਕਈ ਨੌਨ ਰਿਲੇਟਡ ਟੂ ਕਾਂਗਰਸ ਜਿਹੜੇ ਕਾਰਨ ਹੋ ਸਕਦੇ ਨੇ ਜਿਨ੍ਹਾਂ ਕਰਕੇ ਕਾਂਗਰਸ ਅੱਜ ਬਾਕੀਆਂ ਨਾਲੋਂ ਥੋੜੀ ਜਿਹੀ ਬਿਹਤਰ ਸਥਿਤੀ ਵਿੱਚ ਪਾਈ ਜਾ ਰਹੀ ਹੈ ਪੰਜਾਬ 'ਚ ਜੀ ਕਿਸਾਨੀ ਅੰਦੋਲਨ ਹੈ ਜੀ ਹੋਰ ਵੀ ਕਈ ਮੁੱਦੇ ਨੇ ਜਿਨ੍ਹਾਂ ਕਰਕੇ ਬਾਕੀ ਪਾਰਟੀਆਂ ਜਿਹੜੀਆਂ ਨੇ ਇਹਨਾਂ ਤੋਂ ਕਮਜ਼ੋਰ ਪਈਆਂ ਹੋਈਆਂ ਨੇ ਤੇ ਇਹ ਉਹਨਾਂ ਨਾਲੋਂ ਬਿਹਤਰ ਸਥਿਤੀ ਵਿੱਚ ਲੱਗ ਰਹੇ ਨੇ ਜੀ ਪਰ ਕੀ ਜਿਉਂਦੀ ਉਹਨਾਂ ਕਰਕੇ ਆ ਜੇ ਅਸੀਂ ਥੋੜਾ ਜਿਹਾ ਪਿੱਛੇ ਲੈ ਜਾਈਏ ਆਪਣੇ ਆਪ ਨੂੰ ਤੇ ਜਦੋਂ ਰਜਿੰਦਰ ਕੌਰ ਭੁੱਟਲ ਦਾ ਅਸੀਂ ਜ਼ਿਕਰ ਕੀਤਾ ਜੀ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਹੋਈਆਂ ਜੋ ਕਾਂਗਰਸ ਦਾ ਹਾਲ ਹੋਇਆ ਸੀ ਸਾਰਿਆਂ ਨੂੰ ਪਤਾ ਹੈ ਜੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਤੇ 5 ਸਾਲ ਉਹਨਾਂ ਨੇ ਰਾਜ ਕੀਤਾ ਤੇ ਫਿਰ ਸਰਕਾਰ ਉਹਨਾਂ ਦੀ ਜਾਂਦੀ ਲੱਗੀ ਤੇ ਕਾਂਗਰਸ ਆ ਗਈ ਸੀ ਜੀ ਉਹ ਕਾਂਗਰਸ ਨੂੰ ਦੁਬਾਰਾ ਖੜੇ ਕਰਨ ਦੇ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਸੀ ਜੀ ਔਰ ਜਿਸ ਤਰ੍ਹਾਂ ਦੇ ਉਹਨਾਂ ਨੇ ਕੁਝ ਮੁੱਦੇ ਉਠਾ ਕੇ ਤੇ ਉਹਨਾਂ ਦੀ ਗੱਲ ਕੀਤੀ ਜੀ ਉਹ ਵਾਕਿਆ ਉਸ ਦੇ ਨਾਲ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਅਜਿਹੇ ਸ਼ਖਸ ਸਨ ਜਿਨ੍ਹਾਂ ਨੇ ਨਵੀਂ ਰੂਹ ਫੂਕ ਦਿੱਤੀ ਪੰਜਾਬ ਕਾਂਗਰਸ ਦੇ ਵਿੱਚ ਜੀ
ਜੇ ਸੱਚ ਪੁੱਛੋ ਨਵਜੋਤ ਸਿੰਘ ਸਿੱਧੂ ਵਾਲਾ ਸੈਗਮੈਂਟ ਇੱਕ ਪਾਸੇ 1 ਮਿੰਟ ਲਈ ਕਰ ਦਈਏ ਜੀ ਤੇ ਉਹਨਾਂ ਦੇ ਮੁਕਾਬਲੇ ਵਾਲਾ ਕੋਈ ਕਾਂਗਰਸੀ ਪੰਜਾਬ ਵਿੱਚ ਜਾਪਦਾ ਨਹੀਂ। ਕਈ ਧਿਰਾਂ ਹੋਰ ਵੀ ਮਜ਼ਬੂਤ ਹੋਣ ਦਾ ਇੱਥੇ ਦਾਅਵਾ ਕਰਦੀਆਂ ਰਹੀਆਂ ਨੇ ਆਮ ਆਦਮੀ ਪਾਰਟੀ, ਜਦ ਕਿ ਹਰ ਇੱਕ ਲੋਕ ਦੀ ਹਰ ਇੱਕ ਵਿਅਕਤੀ ਦੀ ਜ਼ੁਬਾਨ ਤੇ ਗੱਲ ਸੀ ਕਿ ਆਮ ਆਦਮੀ ਪਾਰਟੀ ਦੀ ਗੱਲ ਬਣ ਸਕਦੀ ਸੀ, ਪਰ ਉਹ ਕੋਈ ਵਿਅਕਤੀ ਲੀਡਰ ਵਜੋਂ ਨੇਤਾ ਵਜੋਂ ਪੇਸ਼ ਨਾ ਕਰ ਸਕੇ। ਹੁਣ ਕਾਂਗਰਸ ਕੋਲ ਇਹੋ ਹੀ ਫਰਕ ਸੀ। ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਪਿਛਲੀ ਵਾਰ ਇੱਕ ਵਾਰ ਫੇਰ ਕੈਪਟਨ ਸਰਕਾਰ ਚਾਹੁੰਦਾ ਹੈ, ਪੰਜਾਬ ਕੈਪਟਨ ਦੀ ਸਰਕਾਰ, ਭਾਵੇਂ ਉਸ ਦਾ ਹੁਣ ਮਖੌਲ ਉਡਾਇਆ ਗਿਆ ਦੂਸਰੇ ਤਰੀਕੇ ਨਾਲ, ਪਰ ਇਹੋ ਹੀ ਪ੍ਰਚਾਰ ਤੇ ਇਹੋ ਹੀ ਕੀਤਾ ਗਿਆ ਨਾ। ਜੇ ਸਹੁੰ ਖਾ ਕੇ ਵਾਅਦਾ ਨਹੀਂ ਪੂਰਾ ਕੀਤਾ ਗਿਆ ਜਾਂ ਕੀਤੇ ਗਏ ਜਾਂ ਜੋ ਵਾਅਦੇ ਕੀਤੇ ਗਏ, ਉਹ ਵਾਅਦੇ ਕਿਸ ਨੇ ਕੀਤੇ? ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਸੀ। ਸੋ ਕੈਪਟਨ ਤੇ ਕਾਂਗਰਸ ਅਲੱਗ ਨਹੀਂ ਸੀ। ਅਜੇ ਤੱਕ ਜੋ ਕਾਂਗਰਸ ਦਾ ਜੋ ਵਜੂਦ ਹੈ, ਅਰੁਣ ਜੇਟਲੀ ਵਰਗੇ ਵੱਡੇ ਸਿਆਸਤਦਾਨ ਨੂੰ ਇਸ ਤਰ੍ਹਾਂ ਆਪਣੀ ਸੀਟ ਛੱਡ ਕੇ ਦੂਸਰੇ ਜਗ੍ਹਾ ਜਾ ਕੇ ਚੈਲੰਜ ਕਰ ਦੇਣਾ ਤੇ 1.5 ਲੱਖ ਵੋਟ ਨਾਲ ਹਰਾ ਦੇਣਾ, ਇਹ ਮਾਮੂਲੀ ਕਿਸੇ ਵਿਅਕਤੀ ਦੀ ਗੱਲ ਤਾਂ ਨਹੀਂ। ਕਦਾਵਰ ਨੇਤਾ ਜਿਹੜੇ ਭਾਰਤ ਦੇ ਵਿੱਚ ਕਾਂਗਰਸ ਦੇ ਵਿੱਚ ਮਜ਼ਬੂਤ ਕਾਂਗਰਸ ਦੇ ਲੀਡਰ ਨੇ, ਜੇ ਟੌਪ ਦੇ 2-4 ਕੱਢਣੇ ਹੋਣ ਪੂਰੇ ਭਾਰਤ ਦੇ ਵਿੱਚੋਂ, ਤਾਂ ਉਹਨਾਂ 'ਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਪੱਕੇ ਤੌਰ ਤੇ ਆਏਗਾ। ਇਹ ਗੱਲ ਠੀਕ ਹੈ ਕਿ ਉਹਨਾਂ ਨੇ ਰੂਹ ਫੂਕੀ ਸੀ, ਪਰ ਇਹ ਆਪਣੇ ਵਿਚਾਰ ਨੇ ਹੁਣ ਅਗਲੀ ਪੀੜ੍ਹੀ ਦੇ ਕੇ ਉਹ ਸਮਝਦੇ ਨੇ ਕਿ ਕਿਸੇ ਦਾ ਕੋਈ ਸਮਾਂ ਹੁੰਦਾ ਹੈ ਤੇ ਹੁਣ ਅਗਲਿਆਂ ਦਾ ਸਮਾਂ ਹੈ। ਇਹ ਉਹਨਾਂ ਦੇ ਆਪਣੇ ਵਿਚਾਰ ਨੇ, ਪਰ ਇਹ ਗੱਲ ਕਿਸੇ ਹੱਦ ਤੱਕ ਜਾਇਜ਼ ਹੈ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਵਿੱਚ, ਉਸ ਨੂੰ ਖੜੇ ਹੋਣ ਦੇ ਵਿੱਚ ਪੰਜਾਬ 'ਚ ਜੇ ਕਿਸੇ ਨੇ ਕੋਈ ਵੱਡਾ ਯੋਗਦਾਨ ਦਿੱਤਾ ਹੈ ਤੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਹੈ। ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਚੱਲ ਰਹੀ ਹੈ ਤੇ ਉਹਨਾਂ ਵੱਲੋਂ ਪੰਜਾਬ ਦੇ ਸੁਧਾਰ ਲਈ ਮੋਂਟੇਕ ਸਿੰਘ ਆਹਲੂਵਾਲੀਆ ਕਮੇਟੀ ਨੂੰ ਕੁਝ ਰਿਪੋਰਟਾਂ ਮਤਲਬ ਪੜਤਾਲ ਕਰਨ ਲਈ ਕਿਹਾ ਸੀ। ਕਿਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਹੁਣ ਪੰਜਾਬ ਸਰਕਾਰ ਨੂੰ ਰਿਪੋਰਟ ਦਿੱਤੀ ਹੈ? ਉਹਨਾਂ ਨੇ ਕਾਫੀ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ ਹੈ। ਅਸਲ ਵਿੱਚ ਯੋਜਨਾ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਮੋਂਟੇਕ ਸਿੰਘ ਆਹਲੂਵਾਲੀਆ। ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੇ ਨਾਲ ਲੰਬਾ ਸਮਾਂ ਕੰਮ ਕੀਤਾ। ਹਾਲਾਂਕਿ ਉਹਨਾਂ ਦੀਆਂ ਨੀਤੀਆਂ, ਇਕਨੋਮਿਕ ਨੀਤੀਆਂ, ਕਿਉਂਕਿ ਉਹ ਹੋਰ ਹਿਸਾਬ ਸੀ, ਕੋਈ ਮੰਤਰੀ ਮੰਡਲ ਵਿੱਚ ਸ਼ਾਮਿਲ ਨਹੀਂ ਸੀ, ਪਰ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਆਰਥਿਕ ਨੀਤੀਆਂ ਸੀ, ਜਿਵੇਂ ਭਾਵੇਂ ਇੱਕ ਬੁਲਾਰਾ ਇੱਕ ਚੰਗਾ ਬੋਲ ਰਿਹਾ ਹੋਵੇ ਤੇ ਸਟੇਜ ਤੇ ਉਸ ਦੀ ਆਵਾਜ਼ ਜਿਹੜੀ ਆ ਮਾਈਕ੍ਰੋਫੋਨ ਦੇ ਥਰੂ ਲੋਕਾਂ ਤੱਕ ਪਹੁੰਚਣੀ ਹੈ। ਇਸੇ ਤਰ੍ਹਾਂ ਸਭ ਕੁਝ, ਸਾਰੀਆਂ ਨੀਤੀਆਂ ਜਿਹੜੀਆਂ ਸੀ, ਆਰਥਿਕ ਨੀਤੀਆਂ ਖਾਸ ਤੌਰ ਤੇ ਮਨਮੋਹਨ ਸਿੰਘ ਸਰਕਾਰ ਦੀਆਂ, ਉਹ ਮੋਂਟੇਕ ਸਿੰਘ ਆਹਲੂਵਾਲੀਆ ਦੀ ਨਜ਼ਰ ਦੇ ਵਿੱਚੋਂ ਦੀ ਹੋ ਕੇ ਜਾਂਦੀਆਂ ਸਨ। ਜਦੋਂ ਬੀਜੇਪੀ ਸਰਕਾਰ ਬਣੀ ਤੇ ਯੋਜਨਾ ਕਮਿਸ਼ਨ ਹੀ ਉਹਨਾਂ ਨੇ ਖਤਮ ਕਰ ਦਿੱਤਾ ਤੇ ਮੋਂਟੇਕ ਸਿੰਘ ਆਹਲੂਵਾਲੀਆ ਦੇ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਈ ਬਹੁਤੇ ਇਹਨਾਂ ਤੇ ਕੋਈ ਇਸ ਤਰ੍ਹਾਂ ਦੇ ਕੋਈ ਇਲਜ਼ਾਮ ਵੀ ਨਹੀਂ ਲੱਗੇ ਆਪਣੇ ਅਹੁਦੇ ਤੇ ਹੁੰਦਿਆਂ। ਮਾੜੀ ਮੋਟੀ ਗੱਲ ਹੈ ਕਿ ਇਹਨਾਂ ਨੇ ਆਪਣੇ ਜਿੱਥੇ ਦਫ਼ਤਰ ਸੀ, ਇਹਨਾਂ ਦੇ ਬਹੁਤ ਮਹਿੰਗੇ ਨਹੀਂ ਪਰਸਨਲ ਬਾਥਰੂਮ ਵਗੈਰਾ ਜਿਹੜੇ ਸੀ, ਉਹ ਆਪਣੇ ਲਈ ਬਹੁਤ ਖਰਚੇ ਤੇ ਸਰਕਾਰੀ ਖਰਚੇ ਦੇ ਬਣਵਾ ਲਏ ਸਨ। ਖੈਰ ਉਹ ਇੱਕ ਵੱਖਰੀ ਗੱਲ ਹੈ। ਤੇ ਜਦੋਂ ਇੱਕ ਕਿਸਮ ਦੇ ਉਹ ਫ੍ਰੀ ਹੋ ਗਏ ਤੇ ਫਿਰ ਉਹਨਾਂ ਦੀਆਂ ਸੇਵਾਵਾਂ ਲਈਆਂ ਕੈਪਟਨ ਅਮਰਿੰਦਰ ਸਿੰਘ ਨੇ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਜੋੜਿਆ। ਕੇਂਦਰ ਸਰਕਾਰ ਨੇ ਉਸ ਦੀ ਜਗ੍ਹਾ ਤੇ ਬਣਾ ਦਿੱਤਾ ਨੀਤੀ ਆਯੋਗ, ਜੋ ਇਸ ਵੇਲੇ ਕੰਮ ਕਰ ਰਿਹਾ। ਨਾਮ ਹੀ ਬਦਲਿਆ ਗਿਆ ਵੈਸੇ ਤਾਂ, ਬਾਕੀ ਸਭ ਕੁਝ ਤਕਰੀਬਨ। ਹੁਣ ਇਹਨਾਂ ਨੇ ਕਮਿਸ਼ਨ ਜਿਹੜੀਆਂ ਉਹਨਾਂ ਨੇ ਸਿਫਾਰਿਸ਼ਾਂ ਕੁਝ ਪੰਜਾਬ ਸਰਕਾਰ ਨੂੰ ਦਿੱਤੀਆਂ, ਉਹਨਾਂ ਨੇ ਇਹ ਕਿਹਾ ਕਿ ਕੁਝ ਤੇ ਫੈਸਲੇ ਤੁਹਾਨੂੰ ਇਸ ਤਰ੍ਹਾਂ ਦੇ ਲੈਣੇ ਪੈਣਗੇ ਜਿਹੜੇ ਸਿਆਸੀ ਤੌਰ ਤੇ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੇ ਨੇ। ਹੁਣ ਇਹ ਕਮਿਸ਼ਨ ਦੀ ਮਰਜ਼ੀ ਹੈ ਕਿ ਜੋ ਮਰਜ਼ੀ ਕਹਿ ਦੇਵੇ, ਪਰ ਕਮਿਸ਼ਨ ਦੀ ਗੱਲ ਇਹ ਜਿਹੜੀ ਹੈ ਸਰਕਾਰ ਨੂੰ ਕਿਸ ਭਾਅ ਪਏਗੀ, ਇਹ ਤੇ ਸ਼ਾਇਦ ਮੋਂਟੇਕ ਸਿੰਘ ਆਹਲੂਵਾਲੀਆ ਨੇ ਵੀ ਸੋਚਿਆ ਨਾ ਹੋਏਗਾ। ਹੁਣ ਕਿਹੜੇ ਫੈਸਲੇ ਨੇ? ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਕੋਵਿਡ ਦੀ ਮਾਰ ਨਾਲ ਪਏ ਘਾਟੇ ਚੋਂ 8% ਦੀ ਵਾਧੇ ਦੀ ਦਰ ਜਿਹੜੀ ਹੈ ਉਹ ਘੱਟੋ ਘੱਟ ਚਾਹੀਦੀ, ਤਾਂ ਫਿਰ ਅਸੀਂ ਅੱਗੇ ਵੱਧ ਸਕਾਂਗੇ। ਉਹਨਾਂ ਨੇ ਜਿਹੜੇ ਬਿਜਲੀ ਤਾਪ ਘਰ ਆ, ਥਰਮਲ ਪਲਾਂਟ ਨੇ, ਇਹਨਾਂ ਨੂੰ ਵੀ ਕਿ ਮਹਿੰਗੇ ਭਾਅ ਦੀ ਬਿਜਲੀ ਜਿਹੜੀ ਸਾਨੂੰ ਖਰੀਦਣੀ ਲੈ ਕੇ ਜਿਹੜੀ ਲੋਕਾਂ ਨੂੰ ਦੇਣੀ ਪੈਂਦੀ ਹੈ, ਉਹ ਵੀ ਮੁਫਤ ਵਿੱਚ ਕਈ ਖੇਤਰਾਂ ਨੂੰ ਸਾਨੂੰ ਉਹ ਬੰਦ ਕਰਨੀ ਚਾਹੀਦੀ ਹੈ। ਨਾਲ ਦੀ ਨਾਲ ਉਹਨਾਂ ਨੇ ਕਿ ਪੰਜਾਬ ਦੇ ਕਰਮਚਾਰੀਆਂ ਨੂੰ ਕੇਂਦਰ ਦੇ ਬਰਾਬਰ ਤਨਖਾਹ ਦਿੱਤੀ ਜਾਵੇ। ਇਹ ਹੁਣ ਤੇ ਨਾਲ ਉਹਨਾਂ ਕਿਹਾ ਕਿ ਸਿਹਤ ਖੇਤਰ ਵਿੱਚ ਸਰਕਾਰੀ ਖਰਚ ਆਉਂਦੇ 5 ਸਾਲਾਂ ਲਈ 20% ਦੀ ਜਿਹੜਾ ਹੋਰ ਵਧਾ ਦਿੱਤਾ ਜਾਵੇ। ਸਨਅਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ ਇੰਟਰਪ੍ਰਾਈਜ਼ ਪ੍ਰਮੋਸ਼ਨ ਪੈਨਲ ਜਿਹੜਾ ਹੈ ਕਾਇਮ ਕੀਤਾ ਜਾਵੇ ਤੇ ਵਨ ਟਾਈਮ ਸੈਟਲਮੈਂਟ ਯੋਜਨਾ ਦਾ ਜਿਹੜਾ ਐਲਾਨ ਕੀਤਾ ਜਾਵੇ। ਕਿਰਤ ਕਾਨੂੰਨਾਂ ਦੀ ਨਜ਼ਰਸਾਨੀ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਨੇ, ਜਿਹੜੇ ਕਿਰਤ ਦੇ ਕਾਨੂੰਨ ਨੇ, ਜਿਹੜੇ ਉਹਨਾਂ ਨੂੰ ਬੈਨੀਫਿਟ ਲੋਕਾਂ ਨੂੰ ਮਿਲਦੇ ਨੇ, ਜਿਹੜੇ ਇੱਥੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਬਿਹਾਰ ਤੋਂ, ਯੂਪੀ ਤੋਂ, ਉਹ ਲਾਭ ਇੱਥੇ ਦੇ ਪੱਕੇ ਵਸਿੰਦਿਆਂ ਦੀ ਥਾਂ ਉਹਨਾਂ ਨੂੰ ਵੀ ਮਿਲਣੇ, ਉਹਨਾਂ ਦੇ ਨਾਲ ਉਹਨਾਂ ਨੂੰ ਵੀ ਮਿਲਣੇ ਚਾਹੀਦੇ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ। ਪਰ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਥਰਮਲ ਪਲਾਂਟਾਂ ਵਾਲੀ ਗੱਲ ਤੇ ਕੁਝ ਹੋਰ 1-2 ਗੱਲਾਂ ਨੂੰ ਛੱਡ ਕੇ ਬਾਕੀ ਨੁਕਤਿਆਂ ਤੇ ਸਰਕਾਰ ਅਜੇ ਵਿਚਾਰ ਕਰਨ
ਦੇ ਯੋਗ ਨਹੀਂ। ਕਮਿਸ਼ਨ ਦੀ ਸਿਫਾਰਿਸ਼ ਹੈ ਜੀ, ਸਿਫਾਰਿਸ਼ਾਂ ਤੇ ਉਹ ਸਰਕਾਰ ਦੀ ਮਰਜ਼ੀ ਹੁੰਦੀ ਹੈ ਕਿ ਲਾਗੂ ਕਰਨੀਆਂ ਕਿ ਨਹੀਂ ਲਾਗੂ ਕਰਨੀਆਂ, ਪਰ ਜਿਨ੍ਹਾਂ ਸਿਫਾਰਿਸ਼ਾਂ ਨਾਲ ਸਰਕਾਰ ਨੂੰ ਨੁਕਸਾਨ ਪਹੁੰਚ ਸਕਦਾ ਹੋਵੇ ਆਉਂਦੀਆਂ ਚੋਣਾਂ ਵਿੱਚ, ਸਰਕਾਰ ਉਹ ਲਾਗੂ ਨਹੀਂ ਕਰਨ ਵਾਲੀ। ਤੇ ਇਸ ਵੇਲੇ ਅਸੀਂ ਇਸ ਪ੍ਰੋਗਰਾਮ 'ਚ ਅਗਲੀਆਂ ਗੱਲਾਂ ਜਾਰੀ ਰੱਖਾਂਗੇ ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਹੁਣ ਕੇਂਦਰੀ ਕੈਬਨਿਟ ਵੱਲ ਜਾਂਦੇ ਹਾਂ। ਕੇਂਦਰੀ ਕੈਬਨਿਟ ਨੇ ਕੁਝ ਫੈਸਲੇ ਲਏ ਨੇ, ਜਿਨ੍ਹਾਂ ਵਿੱਚੋਂ ਇੱਕ ਫੈਸਲਾ ਹੈ ਕਿ ਬੈਂਕਾਂ ਜਿਹੜੀਆਂ ਨੇ ਉਹ 5 ਲੱਖ ਰੁਪਈਆ ਕਿਹਨਾਂ ਨੂੰ ਦੇਣਗੀਆਂ। ਇੰਨਾ ਤੁਸੀਂ ਨਾ ਐਕਸਾਈਟਡ ਨਾ ਹੋਵੋ। ਇਹ ਬਾਬਾ ਰਾਮਦੇਵ ਵਾਲਾ ਅਸੀਂ ਜਿਹੜਾ ਨਾ ਵਾਅਦਾ 15 ਲੱਖ ਵਾਲਾ ਅਸੀਂ ਨਹੀਂ ਕਰ ਸਕਦੇ। ਇਹਨੂੰ ਜੁਮਲੇ ਦੇ ਤੌਰ ਤੇ ਉਹ ਤੇ ਖੈਰ ਗੱਲ ਸੀ, ਇੱਕ ਤਕਨੀਕੀ ਜੀ ਗੱਲ ਹੈ ਜੀ, ਮੈਂ ਸਮਝਿਆ ਕਿ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਜੀ। ਉਹ ਇਹ ਹੈ ਜੀ ਕਿ ਜਦੋਂ ਹੁਣ ਕਿਉਂਕਿ ਬੈਂਕਿੰਗ ਸਿਸਟਮ ਤੇ ਇੰਨਾ ਪ੍ਰੈਸ਼ਰ ਰਿਹਾ ਪਿਛਲੇ ਸਮੇਂ ਦੇ ਵਿੱਚ, ਨਾ ਵੀ ਰਿਹਾ ਹੋਵੇ ਤਾਂ ਫਿਰ ਵੀ ਕੋਈ ਨਾ ਕੋਈ ਇੰਨੀਆਂ ਬੈਂਕਾਂ ਨੇ ਭਾਰਤ ਦੇ ਵਿੱਚ, ਇਹਨਾਂ ਵਿੱਚੋਂ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਮਸਲਾ ਨਿਕਲ ਆਉਂਦਾ ਹੈ। ਸਾਲ ਕੋ ਪਹਿਲਾਂ ਪੰਜਾਬ ਮਹਾਰਾਸ਼ਟਰ ਨਾਂ ਦੀ ਇੱਕ ਬੈਂਕ ਸੀ, ਉਸ ਵਿੱਚ ਬਹੁਤ ਸਾਰੇ ਖਾਤਿਆਂ ਵਾਲੇ ਲੋਕ ਸਨ, ਪੰਜਾਬ ਐਂਡ ਮਹਾਰਾਸ਼ਟਰ ਬੈਂਕ। ਪਰ ਜਦੋਂ ਪੈਸੇ ਦੀ ਗੱਲ ਆਈ, ਬੈਂਕ ਦਾ ਰੌਲਾ ਪੈ ਗਿਆ ਕਿ ਬੈਂਕ ਡੁੱਬਣ ਲੱਗੀ ਹੈ, ਦਿਵਾਲੀਆ ਹੋਣ ਲੱਗੀ ਹੈ ਤੇ ਪੈਸੇ ਲੋਕਾਂ ਦੇ ਡੁੱਬ ਜਾਣਗੇ, ਪਰ ਸਰਕਾਰ ਦੇ ਕੋਈ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਜਿਨ੍ਹਾਂ ਕਰਕੇ ਭਾਵੇਂ ਪ੍ਰਾਈਵੇਟ ਬੈਂਕ ਵੀ ਕੋਈ ਹੋਵੇ ਤਾਂ ਸਰਕਾਰ ਦਾ ਅਧਿਕਾਰ ਤਾਂ ਕੋਈ ਹੁੰਦਾ ਨਾ, ਸਰਕਾਰ ਉਸ ਤੇ ਨਜ਼ਰਸਾਨੀ ਰੱਖਦੀ ਆ। ਆਰਬੀਆਈ ਦਾ ਕੰਮ ਹੈ, ਆਰਬੀਆਈ ਦੇ ਹੋਰ ਵੀ ਅਦਾਰੇ ਨੇ। ਹੁਣ ਇੱਕ ਹੋਰ ਖਾਸ ਅਦਾਰਾ ਬਣਾ ਕੇ ਉਸ ਅਦਾਰੇ ਦੇ ਥਰੂ ਜੋ ਇੰਸ਼ੋਰੈਂਸ ਸਿਸਟਮ ਹੈ, ਭਾਵ ਕਿ ਫਰਜ਼ ਕਰੋ ਕੋਈ ਬੈਂਕ ਕਿਸੇ ਉਸ ਦਾ ਲਾਇਸੈਂਸ ਕਿਸੇ ਕਾਰਨ ਕਰਕੇ ਸਰਕਾਰ ਰੱਦ ਕਰ ਦਿੰਦੀ ਹੈ, ਬੇਨਿਯਮੀਆਂ ਪਾਈਆਂ ਜਾਣ ਕਿਸੇ ਬੈਂਕ ਦੇ ਕੰਮਕਾਜ ਵਿੱਚ, ਤੇ ਸਰਕਾਰ ਉਸ ਤੇ ਰੋਕ ਲਗਾ ਸਕਦੀ ਹੈ। ਇਹ ਵਿੱਤ ਮੰਤਰਾਲੇ ਦਾ ਕੰਮ ਹੈ, ਆਰਬੀਆਈ ਦਾ ਕੰਮ ਹੈ। ਸਾਰੇ ਦੇਖਦੇ ਨੇ, ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਨਾਲ ਬੈਂਕ ਚੱਲਦੇ ਆ। ਜਦੋਂ ਅਸੀਂ ਬੈਂਕ ਜਾਂਦੇ ਹਾਂ ਤਾਂ ਅੱਗੋਂ ਕਹਿੰਦੇ ਨੇ ਕਿ ਫਲਾਨੀ ਫੀਸ ਹੈ ਜੀ, ਇਹ ਤੁਹਾਨੂੰ ਦੇਣੀ ਪਏਗੀ। ਤੁਸੀਂ ਖਾਤੇ ਵਿੱਚ ਇਸ ਤਰੀਕੇ ਨਾਲ ਇਸ ਤਰ੍ਹਾਂ ਅੱਗੇ ਕਰਦੇ ਸੀ, ਹੁਣ ਨਹੀਂ ਕਰ ਸਕਦੇ। ਤੁਸੀਂ ਉਹਨਾਂ ਨੂੰ ਪੁੱਛਦੇ ਤੇ ਅੱਗੋਂ ਕਹਿ ਦਿੰਦੇ ਨੇ ਇਹ ਜੀ ਆਰਬੀਆਈ ਦਾ ਰੂਲ ਹੈ, ਆਰਬੀਆਈ ਦਾ ਨਿਯਮ ਹੈ, ਸਾਨੂੰ ਕਰਨਾ ਪੈਣਾ, ਤੇ ਕਰਨਾ ਪੈਂਦਾ। ਬਹੁਤ ਸਾਰੇ ਨਿਯਮ ਸਖਤ ਹੋਏ ਨੇ ਪਿਛਲੇ ਸਾਲਾਂ ਵਿੱਚ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਹੁਣ ਉਹ ਬੈਂਕ ਜਿਹੜੀ ਸੀ ਪੰਜਾਬ ਐਂਡ ਮਹਾਰਾਸ਼ਟਰ, ਜਦੋਂ ਰੌਲਾ ਪੈ ਗਿਆ, ਜਦੋਂ ਕਿਸੇ ਚੀਜ਼ ਦੇ ਬਾਰੇ ਰੌਲਾ ਪੈ ਜਾਵੇ ਕਿ ਇਹ ਡੁੱਬਣ ਲੱਗੀ ਹੈ, ਦਿਵਾਲੀਆ ਹੋ ਜਾਵੇ, ਕਿਤੇ ਪਹਿਲੀ ਕੋਸ਼ਿਸ਼ ਜਿਹੜੇ ਉਸ ਨਾਲ ਸੰਬੰਧਿਤ ਜੁੜੇ ਹੋਏ ਲੋਕ ਹੁੰਦੇ ਨੇ ਉਹਨਾਂ ਦੀ ਇਹੋ ਹੀ ਹੁੰਦੀ ਹੈ ਕਿ ਆਪਣੀ ਰਕਮ ਜਿਹੜੀ ਹੈ ਕਿਸੇ ਤਰੀਕੇ ਸਾਂਭ ਲਈ ਜਾਵੇ। ਸੋ ਦੌੜ ਲੱਗ ਜਾਂਦੀ ਹੈ, ਉਹ ਭੱਜਦੇ ਨੇ ਸਰਕਾਰੀ ਦਰਬਾਰੇ, ਰੌਲਾ ਪੈਂਦਾ, ਮੀਡੀਆ ਵਿੱਚ ਵੀ ਰੋਂਦੇ ਕਰਲਾਉਂਦੇ ਨੇ ਲੋਕ, ਤੇ ਕਈ ਵਾਰੀ ਅਣਸੁਖਾਵੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਨੇ, ਜਿਵੇਂ ਨੋਟਬੰਦੀ ਦੇ ਦਿਨਾਂ ਦੇ ਵਿੱਚ ਹੋਇਆ ਕਿ ਲੋਕ ਕਹਿੰਦੇ ਸੀ ਕਿ ਦੇਖੋ ਸਾਡੇ ਆਪਣੇ ਪੈਸੇ ਬੈਂਕ ਵਿੱਚ ਨੇ, ਤੇ ਅਸੀਂ ਕਿਸੇ ਨੇ ਵਿਆਹ ਰੱਖਿਆ ਹੋਇਆ ਸੀ, ਕਿਸੇ ਨੇ ਇਲਾਜ ਵਾਸਤੇ ਕਿਸੇ ਨੂੰ ਚਾਹੀਦੇ ਸੀ, ਕਿਸੇ ਨੇ ਕੋਈ ਹੋਰ ਕੰਮ ਸ਼ੁਰੂ ਕਰਨਾ ਸੀ, ਤੇ ਉਹ ਕਹਿੰਦੇ ਅਸੀਂ ਬੈਂਕ ਜਾਂਦੇ ਤਾਂ ਉਹ ਕਹਿੰਦੇ ਸਾਡੇ ਤੁਸੀਂ ਪੈਸੇ ਨਹੀਂ ਵਰਤ ਸਕਦੇ, ਅਸੀਂ ਤੁਹਾਨੂੰ ਕੈਸ਼ ਦੇ ਨਹੀਂ ਸਕਦੇ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਬਹੁਤ ਆਈਆਂ, ਬੈਂਕਾਂ ਦੇ ਵਿੱਚ ਲਾਈਨਾਂ ਲੱਗ ਗਈਆਂ, ਦਿਨ ਰਾਤ ਕੰਮ ਕਰਨੇ ਪਏ ਬੈਂਕਾਂ ਦੇ ਮੁਲਾਜ਼ਮਾਂ ਨੂੰ। ਹੁਣ ਜਦੋਂ ਇਸ ਬੈਂਕ ਦਾ ਰੌਲਾ ਪਿਆ ਤੇ ਸਰਕਾਰ ਦੇ ਵੀ ਕੰਨ ਖੁੱਲੇ ਕਿ ਇਹ ਕੀ ਹੋਇਆ, ਫਿਰ ਲੋਕਾਂ ਨੂੰ ਹੌਲੀ ਹੌਲੀ ਆਖਿਆ ਗਿਆ ਕਿ ਨਹੀਂ, ਤੁਹਾਡਾ ਪੈਸਾ ਹੈ, ਉਹ ਜਿਸ ਦੇ ਤੁਹਾਡੇ ਕੋਲ ਸਬੂਤ ਨੇ ਕਿ ਤੁਹਾਡੇ ਬੈਂਕ ਵਿੱਚ ਕੋਈ ਡਿਪੋਜ਼ਿਟ ਹੈ, ਉਹ ਰਹੇਗਾ, ਉਹ ਕਿਤੇ ਜਾਂਦਾ ਨਹੀਂ, ਪਰ ਤੁਸੀਂ ਥੋੜਾ ਸਬਰ ਰੱਖੋ, ਇਸ ਪ੍ਰਤੀ ਕੋਈ ਨਾ ਕੋਈ ਜਿਹੜਾ ਅਸੀਂ ਕਰਾਂਗੇ। ਪਹਿਲਾ ਨਿਯਮ ਕਹਿੰਦੇ 1961 ਦਾ ਸੀ ਕਿ 1 ਲੱਖ ਰੁਪਏ ਤੱਕ, ਥੋੜੀ ਬਹੁਤੀ ਤਬਦੀਲੀ ਉਹ 'ਚ ਪਹਿਲਾਂ ਵੀ ਕੀਤੀ ਗਈ ਸੀ ਕਿ 1 ਲੱਖ ਰੁਪਏ ਤੱਕ ਜਿਹੜਾ ਸੀ ਪਹਿਲੇ ਕੋਈ ਸਮੇਂ ਦੇ ਵਿੱਚ ਤੁਹਾਨੂੰ ਉਹ ਸਰਕਾਰ ਜਿਹੜੀ ਸੀ ਉਹ ਦੇ ਦਿੰਦੀ ਸੀ, ਤੇ ਬਾਕੀ ਨੂੰ ਤੁਸੀਂ ਉਦੋਂ ਤੱਕ ਟੱਚ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਸ ਬੈਂਕ ਦੀ ਕਿਸਮਤ ਦਾ ਅਸਲ ਵਿੱਚ ਕੋਈ ਨਾ ਕੋਈ ਫੈਸਲਾ ਨਹੀਂ ਹੋ ਜਾਂਦਾ। ਹੁਣ ਸਰਕਾਰ ਨੇ ਨਿਯਮ ਵਿੱਚ ਤਬਦੀਲੀ ਕੀਤੀ ਹੈ ਕਿ ਜਿਵੇਂ ਉਸ ਕੇਸ ਦੇ ਵਿੱਚ ਹੋਇਆ, ਭਾਵੇਂ ਕਿਸੇ ਦੀ ਕਿੰਨੀ ਵੀ ਰਕਮ ਉਸ ਬੈਂਕ ਵਿੱਚ ਮੌਜੂਦ ਹੋਵੇ, ਭਾਵੇਂ 5 ਕਰੋੜ ਹੋਵੇ, ਪਰ ਸਿਰਫ ਪਹਿਲੇ 3 ਮਹੀਨਿਆਂ ਵਿੱਚ 90 ਦਿਨਾਂ ਵਿੱਚ 5 ਲੱਖ ਰੁਪਏ ਤੱਕ ਹੀ ਤੁਹਾਨੂੰ ਮਿਲਣਗੇ, ਉਸ ਤੋਂ ਵੱਧ ਨਹੀਂ ਮਿਲ ਸਕਦੇ। ਫਿਰ ਜਦੋਂ ਲਾਇਸੈਂਸ ਦੇ ਬਾਰੇ ਕੋਈ ਫੈਸਲਾ ਹੋ ਜਾਵੇ ਜਾਂ ਦਿਵਾਲੀਆਪਨ ਦੇ ਬਾਰੇ ਜਾਂ ਐਸੈਟਸ ਜਦੋਂ ਉਹਦੇ ਸਰਕਾਰ ਨੇ ਸਾਂਭ ਲਏ, ਤਾਂ ਫਿਰ ਲੋਕਾਂ ਨੂੰ ਕੀ ਮਿਲਦਾ, ਕਿਵੇਂ ਮਿਲਦਾ, ਇਹ ਸਰਕਾਰ ਦੇ ਅਗਲੇ ਦਿਸ਼ਾ ਨਿਰਦੇਸ਼ ਜਿਹੜੇ ਨੇ ਉੱਥੇ ਕੰਮ ਕਰਨਗੇ। ਹਾਲ ਦੀ ਘੜੀ ਪਹਿਲੇ 90 ਦਿਨਾਂ ਦੇ ਵਿੱਚ ਸਿਰਫ 5 ਲੱਖ ਰੁਪਏ ਤੱਕ ਦੀ ਇੱਕ ਕਿਸਮ ਦੀ ਕਹਿ ਲਓ ਰਾਹਤ ਵਰਗੀ ਚੀਜ਼ ਹੈ ਜਿਹੜੀ ਹੈ, ਉਹ ਇਹ ਫਾਈਨਾਂਸ ਮਿਨਿਸਟਰੀ ਨੇ ਇਹ ਜਿਹੜਾ ਕੀਤਾ। ਉਹਨਾਂ ਨੇ ਸਿਸਟਮ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਇੱਕ ਅਦਾਰਾ ਬਣਾ ਕੇ ਹਰ ਬੈਂਕ ਦੇ ਵਿੱਚ ਤੁਹਾਡੇ ਡਿਪੋਜ਼ਿਟ ਦੀ ਕੋਈ ਨਾ ਕੋਈ ਇੰਸ਼ੋਰੈਂਸ ਹੁੰਦੀ ਹੈ,
ਉਸ ਇੰਸ਼ੋਰੈਂਸ ਨੂੰ ਬੀਮਾ ਨੂੰ ਜਿਹੜਾ ਉਸ ਵਿੱਚ ਨੀਤੀਆਂ ਵਿੱਚ ਤਬਦੀਲੀ ਲਿਆਂਦੀ ਗਈ ਹੈ ਤਾਂ ਕਿ ਇੰਨੀ ਕੋ ਰਕਮ ਜਿਹੜੀ ਹੈ ਖਾਤਾ ਧਾਰਕਾਂ ਨੂੰ ਜਿਹੜੀ ਆ ਆਪਣੇ ਕੁੱਲ ਪੈਸੇ ਦੇ ਵਿੱਚੋਂ ਜਿਹੜਾ ਜਿੰਨਾ ਹੈ ਉਸ ਦੀ ਕੁਝ ਪਰਸੈਂਟੇਜ ਵਜੋਂ ਜਿਹੜੀ ਉਹਨਾਂ ਨੂੰ ਦਿੱਤੀ ਜਾ ਸਕੇ। ਜੀ ਤੇ ਕੁਲਦੀਪ ਜੀ ਉਹ ਨੁਕਤੇ ਨੂੰ 5 ਲੱਖ ਵਾਲੇ ਨੂੰ ਬੜੇ ਸੋਹਣੇ ਤਰੀਕੇ ਨਾਲ ਤੁਸੀਂ ਦੱਸ ਦਿੱਤਾ ਤੇ ਹੁਣ ਮਮਤਾ ਜਿਹੜੀ ਉਹ ਵੀ ਬੜੇ ਸੋਹਣੇ ਤਰੀਕੇ ਨਾਲ ਸਟ੍ਰੈਟਜੀ ਅਪਣਾ ਰਹੀ ਹੈ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ। ਦਿੱਲੀ 'ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਤੇ ਹੋਰ ਲੋਕਾਂ ਨਾਲ ਮੁਲਾਕਾਤ ਕੀਤੀ ਹੈ। ਕਿਆ ਸੱਚਮੁੱਚ ਮਮਤਾ ਬੈਨਰਜੀ ਜਿਹੜੀ ਹੈ ਉਹ ਵਿਰੋਧੀ ਧਿਰ ਵਜੋਂ ਮੁੱਖ ਭੂਮਿਕਾ ਨਿਭਾਉਣ ਦੇ ਇਰਾਦੇ ਨਾਲ ਨੇ? ਜੇ ਤਾਂ ਉਹਨਾਂ ਦੇ ਆਪਣੇ ਲਫ਼ਜ਼ਾਂ ਤੇ ਯਕੀਨ ਕੀਤਾ ਜਾਵੇ ਜੀ ਤੇ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਹੈ ਕਿ ਦੇਖੋ ਮੈਂ ਅਜੇ ਇਦਾਂ ਦੀ ਅਗਵਾਈ ਕਰਨ ਲਈ ਮੈਂ ਤਿਆਰ ਨਹੀਂ ਜੀ, ਪਰ ਹਾਂ ਜੇ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਹਰਾਉਣਾ ਹੈ ਜੀ ਤੇ ਸਾਨੂੰ ਇਕੱਠੇ ਹੋਣਾ ਪਏਗਾ ਇਨਕਲੂਡਿੰਗ ਕਾਂਗਰਸ ਐਂਡ ਐਵਰੀਬਡੀ ਐਲਸ। ਜੀ ਹੁਣ ਉਹਨਾਂ ਸਾਰਿਆਂ ਨੂੰ ਇਕੱਠੇ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ। ਮੀਟਿੰਗਾਂ ਉਹਨਾਂ ਨੇ ਫੋਨ ਤੇ ਵੀ ਕੀਤੀਆਂ ਨੇ ਤੇ ਜ਼ਬਾਨੀ ਕਲਾਮੀ ਉਹਨਾਂ ਦੀਆਂ ਇਨ ਪਰਸਨ ਵੀ ਮੀਟਿੰਗ ਉਹਨਾਂ ਦੀਆਂ ਹੋਈਆਂ ਨੇ। ਜੀ ਲਾਲੂ ਯਾਦਵ ਨਾਲ ਵੀ ਗੱਲ ਹੋਈ ਹੈ। ਜ਼ਾਹਿਰਾ ਤੌਰ ਤੇ ਉਹ ਆਪਣੀ ਧਿਰ ਜਿਹੜੀ ਹੈ ਉਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ। ਜੀ ਸ਼ਰਦ ਪਵਾਰ ਇਸ ਦੇ ਵਿੱਚ ਵੱਡੀ ਕੋਸ਼ਿਸ਼ ਇੱਕ ਕਰ ਚੁੱਕੇ ਨੇ। ਪ੍ਰਸ਼ਾਂਤ ਕਿਸ਼ੋਰ ਨੂੰ ਨਾਲ ਲੈ ਕੇ ਮੀਟਿੰਗਾਂ ਜਿਹੜੀਆਂ ਸਿਲਸਿਲਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਸੀ, ਹਾਲ ਦੀ ਘੜੀ ਤੇ ਰੁਕਿਆ ਹੋਇਆ ਥੰਮਿਆ ਹੋਇਆ, ਜੀ ਪਰ ਉਹਦੇ ਬਾਰੇ ਉਹ ਥੋੜਾ ਜਿਹਾ ਕੰਨ ਇੱਧਰ ਨੂੰ ਰੱਖਦੇ ਨੇ ਕਿ ਕੁਝ ਨਾ ਕੁਝ ਹੋਵੇਗਾ। ਜੀ ਮਮਤਾ ਬੈਨਰਜੀ ਨੇ ਜਿਸ ਤਰ੍ਹਾਂ ਦੇ ਤੇਵਰ ਕੇਂਦਰ ਸਰਕਾਰ ਨੂੰ ਵਿਖਾਏ ਨੇ, ਜੀ ਭਾਵੇਂ ਕਿ ਉਹਨਾਂ ਦੇ ਕੁਝ ਬੰਗਾਲ ਸਰਕਾਰ ਦੇ ਕੰਮਾਂ ਤੇ ਕਾਜਾਂ ਤੇ ਹੋਰ ਕਈ ਮੁੱਦਿਆਂ ਤੇ CBI ਉੱਥੇ ਆਪਣੇ ਹਿਸਾਬ ਨਾਲ ਲੱਗੀ ਹੋਈ ਹੈ ਕਿਉਂਕਿ CBI ਜਿਹੜੀ ਹੈ ਕੇਂਦਰ ਸਰਕਾਰ ਦੇ ਅਧੀਨ ਹੈ, ਪਰ ਮਮਤਾ ਬੈਨਰਜੀ ਨੂੰ ਫਿਕਰ ਨਹੀਂ। ਜੀ ਦਿੱਲੀ ਆ ਕੇ ਉਹ ਮਿਲੇ ਨੇ ਤੇ ਜਿਹੜੀ ਮੀਡੀਆ ਦੇ ਵਿੱਚ ਫੋਟੋ ਜਿਹੜੀ ਵੇਖੀ ਗਈ ਹੈ ਨਰਿੰਦਰ ਮੋਦੀ ਬਿਲਕੁਲ ਉਹਨਾਂ ਨੂੰ ਨੀਵੇਂ ਹੋ ਕੇ ਨਮਸਕਾਰ ਕਰ ਰਹੇ ਨੇ ਤੇ ਬਿਲਕੁਲ ਸਿੱਧੇ ਹੋ ਕੇ ਹੱਥ ਉਹਨਾਂ ਨੂੰ ਜਿਹੜਾ ਜੋੜ ਕੇ ਖੜੇ ਨੇ। ਜੀ ਤੇ ਉਹ ਦੀਦੀ ਦਾ ਜਵਾਬ ਜਿਹੜਾ ਸੀ ਉਹ ਖੇਲਾ ਹੋਵੇ ਕਹਿ ਕੇ ਦਿੱਤਾ ਗਿਆ ਸੀ। ਜੀ ਤੇ ਹੁਣ ਉਹਨਾਂ ਨੇ ਉਸੇ ਨਾਰੇ ਨੂੰ ਕਿਹਾ ਕਿ ਹੁਣ ਉਹ ਖੇਲਾ ਹੋਵੇ ਬੰਗਾਲ ਵਿੱਚ ਤੇ ਹੋ ਗਿਆ ਜੀ ਤੇ ਇਹ ਪੂਰੇ ਇੰਡੀਆ 'ਚ ਹੋਣਾ ਚਾਹੀਦਾ, ਫੇਰ ਗੱਲ ਬਣੇਗੀ। ਜੀ ਨਰਿੰਦਰ ਮੋਦੀ ਨੂੰ ਮਿਲੇ ਨੇ, ਆਪਣੀਆਂ ਮੁਸ਼ਕਲਾਂ ਵੀ ਦੱਸੀਆਂ ਹੋਣਗੀਆਂ। ਸਟੇਟ ਦੇ ਸੰਬੰਧ ਹੁੰਦੇ ਨੇ ਕੇਂਦਰ ਦੇ ਨਾਲ, ਬਹੁਤ ਸਾਰੇ ਫੰਡਸ ਵਗੈਰਾ ਹੋਰ ਸਾਰੀਆਂ ਗੱਲਾਂ ਹੁੰਦੀਆਂ ਨੇ, ਅੰਦਰੂਨੀ ਸੁਰੱਖਿਆ ਦੇ ਮਾਮਲੇ ਵੀ ਹੁੰਦੇ ਨੇ। ਜੀ ਪਰ ਨਾਲ ਦੀ ਨਾਲ ਉਹ ਇੱਕ ਚੋਣ ਨੀਤੀ ਦੇ ਤਹਿਤ ਵੀ ਇੱਥੇ ਵਿਜ਼ਿਟ ਕਰਨ ਆਏ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਹਾਲਾਂਕਿ ਉਹਨਾਂ ਨੇ ਕੋਈ ਮੰਨੀ ਨਹੀਂ। ਆਮ ਤੌਰ ਤੇ ਸਿਆਸਤਦਾਨ ਇਸੇ ਤਰ੍ਹਾਂ ਹੀ ਕਰਦੇ ਨੇ, ਪਹਿਲਾਂ ਕੋਈ ਗੱਲ ਹੋਵੇ ਤੇ ਕਹਿੰਦੇ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਬਾਅਦ ਫਿਰ ਕਹਿੰਦੇ ਨੇ ਕਿ ਉਦੋਂ ਗੱਲ ਦੱਸਣੀ ਨਹੀਂ ਸੀ ਬਣਦੀ ਫਿਰ ਥੋੜੀ। ਪਰ ਗੱਲ ਅੰਦਰ ਖਾਤੇ ਕੁਝ ਨਾ ਕੁਝ ਚੱਲ ਰਹੀ ਹੈ ਕਿ ਤੀਜਾ ਫਰੰਟ ਜਿਹੜਾ ਹੈ ਉਸ ਦੀ ਰੂਪਰੇਖਾ ਕਿਹੋ ਜਿਹੀ ਹੋਵੇਗੀ ਤੇ ਉਹਨਾਂ ਨਾਲ ਕੌਣ ਆਵੇਗਾ ਜਾਂ ਉਹ ਕਿਹਦੇ ਨਾਲ ਜਾਣਗੇ ਅਜੇ ਇਹ ਵੀ ਸਪਸ਼ਟ ਨਹੀਂ। ਤੇ ਪ੍ਰਸ਼ਾਂਤ ਕਿਸ਼ੋਰ ਕੀ ਭੂਮਿਕਾ ਨਿਭਾਉਣਗੇ? ਪ੍ਰਸ਼ਾਂਤ ਕਿਸ਼ੋਰ ਨੇ ਹੁਣ ਤੱਕ 8-9 ਪ੍ਰੋਜੈਕਟ ਜਿਹੜੇ ਨੇ ਕੀਤੇ ਨੇ ਚੋਣ ਰਣਨੀਤੀਕਾਰ ਵਜੋਂ। ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਚੋਣਾਂ ਜਿੱਤਣ ਦੀ ਸਟ੍ਰੈਟਜੀ ਤਿਆਰ ਕਰਦੇ ਹੋ, ਨੀਤੀਵਾਨ ਹੋ, ਤੇ ਉਹ ਮੰਨਦੇ ਨਹੀਂ ਇਸ ਗੱਲ ਨੂੰ, ਪਰ ਉਹ ਖੁਦ ਮੰਨਦੇ ਨੇ ਕਿ ਮੈਂ ਵਾਕਿਆ ਮੈਂ ਕੰਮ ਥੋੜਾ ਜਿਹਾ ਮੇਰਾ ਇਸ ਤਰ੍ਹਾਂ ਦਾ ਹੈ, ਪਰ ਮੈਂ ਇੱਕ ਸਲਾਹਕਾਰ ਦੇ ਤੌਰ ਤੇ ਕੰਮ ਕਰਦਾ। ਤੇ ਇਸ ਵੇਲੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਹਾਇਰ ਕੀਤਾ ਹੋਇਆ ਤੇ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਸੇਵਾਵਾਂ ਲਈਆਂ ਹੋਈਆਂ ਸਨ। ਹੁਣ ਕਿੱਥੇ ਉਹ ਕਿਹਨੂੰ ਮਿਲ ਕੇ ਕਿਵੇਂ ਜੋੜ ਤੋੜ ਕਰਦੇ ਨੇ। ਕੇਜਰੀਵਾਲ ਨੂੰ ਵੀ ਮਿਲੇ ਨੇ ਦਿੱਲੀ ਦੇ ਵਿੱਚ, ਇਹ ਛੋਟੀ ਗੱਲ ਨਹੀਂ ਆਪਣੇ ਆਪ ਦੇ ਵਿੱਚ। ਕੇਜਰੀਵਾਲ ਤੇ ਮਮਤਾ ਬੈਨਰਜੀ ਦੇ ਬਿਆਨ ਆਪਸ ਵਿੱਚ ਰਲਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ, ਪਰ ਕੀ BJP ਨੂੰ ਢਾਹ ਲਾਉਣ ਲਈ, BJP ਨੂੰ ਘੇਰਨ ਲਈ ਇੰਨੀ ਛੇਤੀ ਕੋਈ ਸਟ੍ਰੈਟਜੀ ਤਿਆਰ ਕਰ ਸਕਣਗੇ? ਇਸ ਗੱਲ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਰਣਨੀਤੀਕਾਰ ਸਾਹਿਬ ਇਹੋ ਕਹਿੰਦੇ ਨੇ ਕਿਸ਼ੋਰ ਜੀ ਕਿ ਅਜੇ ਟੂ ਅਰਲੀ ਹੈ, ਅਜੇ ਇਸ ਮੁੱਦੇ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ, ਅਜੇ ਸਮਾਂ ਲੱਗੇਗਾ। ਸੋ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਮੰਨ ਲਈਏ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਅਜੇ ਤੀਜੇ ਜਾਂ ਚੌਥੇ ਫਰੰਟ ਲਈ ਕੋਈ ਚੰਗਾ ਮੌਕਾ ਨਹੀਂ ਤੇ ਨਾ ਅਜੇ ਟਾਈਮ ਹੈ ਤੇ ਨਾ ਮੈਨੂੰ ਕੋਈ ਦਿਸ ਰਿਹਾ ਕਿ ਕੋਈ ਉਹਨਾਂ ਨੂੰ ਕੋਈ ਮੁਕਾਬਲਾ ਹਾਲ ਦੀ ਘੜੀ ਦੇ ਸਕੇਗਾ। ਰਹੀ ਗੱਲ ਕਾਂਗਰਸ ਦੀ, ਤੇ ਮਮਤਾ ਬੈਨਰਜੀ ਨੇ ਤੇ ਹੋਰਨਾਂ ਲੋਕਾਂ ਨੇ ਸਪਸ਼ਟ ਕੀਤਾ ਕਿ ਇਸ ਕੰਮ ਦੇ ਵਿੱਚ ਕਾਂਗਰਸ ਨੂੰ ਨਾਲ ਹੋਣਾ ਪਏਗਾ ਤੇ ਖੇਤਰੀ ਪਾਰਟੀਆਂ ਨੂੰ ਵੀ ਆਪਣੀ ਸੋਚ ਨੂੰ ਬਦਲਣਾ ਪਏਗਾ ਤੇ ਕਾਂਗਰਸ ਨੂੰ ਵੀ ਇਹ ਸਿੱਖਣਾ ਪਏਗਾ ਕਿ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਕਿਵੇਂ ਚੱਲਣਾ ਹੈ। ਹੁਣ ਬੜੀ ਇੰਟਰਸਟਿੰਗ ਸਿਚੁਏਸ਼ਨ ਹੋਵੇਗੀ ਇਹੋ ਆਪਣੇ ਆਪ ਦੇ ਵਿੱਚ। ਜੇ ਕਾਂਗਰਸ ਨਾਲ ਸ਼ਾਮਲ ਹੁੰਦੀ ਹੈ ਫਿਰ ਤੇ ਵਾਕਿਆ ਬਹੁਤ ਵੱਡਾ ਫਰੰਟ ਬਣਦਾ ਹੈ, ਪਰ ਜਦੋਂ ਭਾਰਤ ਦੇ ਵਿੱਚ ਦੂਜਾ ਜਾਂ ਤੀਜਾ ਫਰੰਟ, ਇਹ ਫਰੰਟ ਵਾਲੀ ਜਦੋਂ ਤੋਂ ਪੋਲਿਟਿਕਸ ਸ਼ੁਰੂ ਹੋਈ ਹੈ, ਉਹ ਜਦੋਂ ਫਰੰਟ ਬਣਨੇ ਸ਼ੁਰੂ ਹੋਏ ਨੇ ਤਾਂ ਇਸ ਫਰੰਟ ਦੇ ਵਿੱਚ ਇੱਕ ਅਹਿਮ ਅੰਗ ਜਿਹੜਾ ਉਹ ਰਹੇ ਨੇ ਖੱਬੇ ਪੱਖੀ। ਜੇ ਮਮਤਾ ਬੈਨਰਜੀ ਇਸ ਵਿੱਚ ਸ਼ਾਮਲ ਹੁੰਦੀ ਹੈ ਤੇ ਖੱਬੇ ਪੱਖੀਆਂ ਦਾ ਇਸ ਦੇ ਵਿੱਚ ਕਿਸੇ ਪਾਸਿਓਂ ਵੀ ਸ਼ਾਮਲ ਹੋਣਾ ਜਿਹੜਾ ਉਹ ਦਿਸਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਬੰਗਾਲ ਦੇ ਵਿੱਚ ਸਿੱਧੀ ਜਿਹੜੀ ਹੈ ਟੱਕਰ ਹੈ
ਉਹ ਪਹਿਲਾਂ ਤਾਂ ਖੱਬੇ ਭਾਵੇਂ ਹੁਣ ਭਾਰਤੀ ਜਨਤਾ ਪਾਰਟੀ ਉੱਥੇ ਪਿਕਚਰ ਦੇ ਵਿੱਚ ਤਸਵੀਰ 'ਚ ਆ ਗਈ ਹੈ, ਪਰ ਸਿੱਧੀ ਟੱਕਰ ਤੇ ਖੱਬੀਆਂ ਪੱਖੀਆਂ ਨਾਲ ਸੀ। ਕੇਰਲਾ ਦੇ ਵਿੱਚ ਵੀ ਖੱਬੇ ਪੱਖੀਆਂ ਦੀ ਸਰਕਾਰ ਹੈ। ਖੱਬੇ ਪੱਖੀ ਕਮਜ਼ੋਰ ਨੇ ਭਾਰਤ ਵਿੱਚ, ਪਰ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਨਹੀਂ ਮਿੱਥ ਸਕਦੇ ਕਿ ਉਹ ਇਸੇ ਤਰ੍ਹਾਂ ਕਮਜ਼ੋਰ ਰਹਿਣਗੇ ਤੇ ਕਦੀ ਲੋਕਾਂ ਦਾ ਧਿਆਨ ਉਹਨਾਂ ਵੱਲ ਪਏਗਾ ਨਹੀਂ। ਸੋ ਮਮਤਾ ਬੈਨਰਜੀ ਨੇ ਆਪਣੀ ਚਾਲ ਜੀ, ਇੱਕ ਪਹਿਲੀ ਚਾਲ ਜਿਵੇਂ ਕਹਿੰਦੇ ਨੇ ਨਾ ਕਿ ਬੋਲਿੰਗ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਉਹਦੀ ਹੁਣ ਸਪੀਡ ਕਿੰਨੀ ਕੁ ਵਧਾਉਂਦੇ ਨੇ ਤੇ ਸਪਿਨ ਕਿੰਨੀ ਕੁ ਕਰਦੇ ਨੇ ਤੇ ਕਿਸ ਤਰ੍ਹਾਂ ਦੇ ਜਾਂ ਸ਼ਾਟ ਮਾਰਦੇ ਨੇ ਆਉਣ ਵਾਲੇ ਦਿਨਾਂ 'ਚ, ਤੇ ਬਾਕੀ ਕੀ ਇਸ ਤੇ ਤੇਵਰ ਵਿਖਾਉਂਦੇ ਨੇ ਤੇ ਕਿੰਨੀਆਂ ਕੁ ਗੇੜੀਆਂ ਦਿੱਲੀ ਦੀਆਂ ਲੱਗਦੀਆਂ ਨੇ, ਇਹ ਆਉਣ ਵਾਲੇ ਸਾਲਾਂ 'ਚ ਪਤਾ ਲੱਗੇਗਾ, ਅਜੇ ਦਿਨ ਨਹੀਂ ਕਹਿ ਸਕਦੇ। ਠੀਕ, ਤੇ ਕੁਲਦੀਪ ਜੀ ਆਪਾਂ ਅਗਲੇ ਮੁੱਦੇ ਤੇ ਤੁਹਾਡੇ ਵਿਚਾਰ ਜਾਣਾਂਗੇ ਪਰ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਵਿਦੇਸ਼ ਮੰਤਰੀ ਦੀ, ਜਿਹੜੇ ਇਸ ਵੇਲੇ ਭਾਰਤ ਫੇਰੀ ਤੇ ਨੇ, ਤੇ ਉਹਨਾਂ ਦੀ ਭਾਰਤ ਫੇਰੀ ਦਾ ਮਾਇਨਾ ਕੀ ਹੈ ਇਸ ਮੌਕੇ? ਮਾਇਨਾ ਬੇਸਿਕਲੀ ਤੇ ਸਰਕਾਰੀ ਗੱਲਾਂ ਬਾਤਾਂ ਹੀ ਹੁੰਦੀਆਂ ਨੇ ਜੀ। ਨਰਿੰਦਰ ਮੋਦੀ ਨੂੰ ਮਿਲੇ ਨੇ ਐਂਟਨੀ ਬਲਿੰਕਨ ਜੀ। ਐਂਟਨੀ ਬਲਿੰਕਨ ਆਉਂਦੇ ਨੇ ਭਾਰਤ, ਤੇ ਇਸ ਤਰ੍ਹਾਂ ਕੋਵਿਡ ਤੋਂ ਬਾਅਦ ਕਿਸੇ ਸਮਝਦਾ ਕਿ ਟਰੰਪ ਭਾਵੇਂ ਆਏ ਸੀ, ਪਰ ਫਿਰ ਵੀ ਇਹ ਵੱਡੀ ਯਾਤਰਾ ਹੈ ਕਿਸੇ ਅਮਰੀਕੀ, ਕਿਸੇ ਇਸ ਤਰ੍ਹਾਂ ਵੱਡੇ ਆਲਾ ਮੰਤਰੀ ਦਾ ਆਉਣਾ ਜੀ। ਹੁਣ ਆ ਕੇ ਉਹਨਾਂ ਨੇ ਸਰਕਾਰ ਨਾਲ ਕਿਸ ਤਰ੍ਹਾਂ ਦੀਆਂ ਨੀਤੀਆਂ, ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ। ਕੋਈ MOU ਸਾਈਨ ਹੋਇਆ ਹੋਵੇ ਜਾਂ ਕੋਈ ਹੋਰ ਗੱਲਾਂ ਬਾਤਾਂ ਹੋਈਆਂ ਹੋਣ ਜਾਂ ਕੋਈ ਰੱਖਿਆ ਸਮਝੌਤੇ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ, ਪਰ ਜਿਹੜੀਆਂ ਉਹਨਾਂ ਨੇ ਇੱਕ ਦੋ ਗੱਲਾਂ ਉਹਨੇ ਲੋਕਾਂ ਦੇ ਅਧਿਕਾਰਾਂ ਤੇ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣੀ ਜਾਣੀ ਚਾਹੀਦੀ ਹੈ। ਕਿਸਾਨੀ ਮੁੱਦੇ ਨੂੰ ਲੈ ਕੇ ਸ਼ਾਇਦ ਉਹਨਾਂ ਨੇ ਇਸ਼ਾਰਾ ਕੀਤਾ, ਸ਼ਾਇਦ ਇਸ ਨੂੰ ਦੇਖਿਆ ਇਸੇ ਤਰ੍ਹਾਂ ਜਾ ਰਿਹਾ ਘੱਟੋ ਘੱਟ ਜੀ। ਪਰ ਇਕੱਲਾ ਕਿਸਾਨੀ ਮੁੱਦਿਆਂ ਦੀ ਗੱਲ ਨਹੀਂ ਜੀ, ਕਿਉਂਕਿ ਉਧਰੋਂ ਸੈਸ਼ਨ ਚੱਲ ਰਹੇ ਨੇ ਜੀ ਸਾਡੇ ਲੋਕ ਸਭਾ ਤੇ ਰਾਜ ਸਭਾ ਦੇ ਜੀ। ਉਹਨਾਂ ਸੈਸ਼ਨਸ ਨੂੰ ਵੀ ਜੋ ਉੱਥੇ ਹੋ ਰਿਹਾ ਹੈ, ਜਿਵੇਂ ਉੱਥੇ ਕਾਰਵਾਈ ਠੱਪ ਹੋ ਰਹੀ ਹੈ ਤੇ ਵਿਧਾਇਕ ਸੌਂ ਜਾਂਦੇ ਨੇ, ਸੰਸਦ ਉੱਥੇ ਵੀ ਸੌਂ ਜਾਂਦੇ ਨੇ ਜੀ, ਤੇ ਕਈਆਂ ਨੂੰ ਮੁਅੱਤਲ ਕੀਤਾ ਜਾ ਰਿਹਾ ਜੀ, ਤੇ ਧਰਨੇ ਹੋ ਰਹੇ ਨੇ, ਪ੍ਰਦਰਸ਼ਨ ਹੋ ਰਹੇ ਨੇ, ਕਿਸਾਨੀ ਅੰਦੋਲਨ ਹੈ, ਜਸੂਸੀ ਕਾਂਡ ਹੈ, ਹੋਰ ਅਨੇਕਾਂ ਮੁੱਦੇ ਜਿਹੜੇ ਨੇ ਖੜੇ ਹੋਏ ਨੇ, ਤੇ ਸਰਕਾਰ ਆਪਣੇ ਬਿੱਲ ਤੇ ਬਿੱਲ ਪਾਸ ਕਰਦੀ ਜਾ ਰਹੀ ਹੈ ਜੀ। ਉਹਨਾਂ ਕੋਲ ਬਿੱਲ ਕੁਛ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਮਾਂ ਪਾ ਕੇ ਜਿਹੜਾ ਹੋਰ ਸਮੇਂ ਤੇ ਵੀ ਲਿਆਂਦਾ ਜਾ ਸਕਦਾ ਸੀ ਜੀ, ਪਰ ਜਿਸ ਤਰ੍ਹਾਂ ਦਾ ਵਿਰੋਧ ਇਸ ਮੌਨਸੂਨ ਸੈਸ਼ਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਰਕਾਰ ਦਾ ਹੋਇਆ, ਇੰਨਾ ਪਹਿਲਾਂ ਕਦੀ ਹੋਇਆ ਹੀ ਨਹੀਂ ਜੀ। ਕਰਨਾ ਕਿਹਨੇ ਹੁੰਦਾ ਵਿਰੋਧ? ਵਿਰੋਧੀ ਪਾਰਟੀਆਂ ਨੇ, ਤੇ ਵਿਰੋਧੀ ਪਾਰਟੀਆਂ ਦੇ ਪੱਲੇ ਇੰਨਾ ਕੁਝ ਨਹੀਂ ਸੀ, ਨਾ ਇੰਨੇ ਮੁੱਦੇ ਸਟਰੋਂਗਲੀ ਉਠਾ ਸਕਦੇ ਸਨ, ਪਰ ਕਾਂਗਰਸ ਨੇ ਤੇ ਸਮਝ ਲਈ ਗੱਲ ਕਿ ਕਿਸਾਨਾਂ ਦੇ ਮੋਢਿਆਂ ਤੇ ਚੜ੍ਹ ਕੇ ਹੀ ਅਸੀਂ ਜਿਹੜਾ ਹੈ ਉਹ ਪਾਰਲੀਮੈਂਟ ਦੀ ਕਾਰਵਾਈ ਦੀ ਗੱਲ ਕਰਾਂਗੇ ਜੀ। ਰਾਹੁਲ ਇੱਕ ਵੇਲੇ ਟਰੈਕਟਰ ਤੇ ਆਉਂਦੇ ਨੇ ਤੇ ਦੂਸਰੇ ਵੇਲੇ ਕਹਿੰਦੇ ਨੇ ਕਿ ਜਸੂਸੀ ਕਾਂਡ ਦੇ ਬਾਰੇ ਸਾਨੂੰ ਦੱਸੋ ਜੀ, ਤੁਸੀਂ ਜਸੂਸੀ ਸਾਡੀ ਤੁਸੀਂ ਇਹ ਸੌਫਟਵੇਅਰ ਵਰਤਿਆ ਕਿ ਨਹੀਂ, ਸਪਾਈਵੇਅਰ ਵਰਤਿਆ ਕਿ ਨਹੀਂ ਜੀ, ਯੈਸ ਔਰ ਨੋ। ਉਧਰੋਂ ਕਿਸਾਨ ਕਹਿੰਦੇ ਨੇ ਯੈਸ ਔਰ ਨੋ ਜੀ। ਸਰਕਾਰ ਤੇ ਦਬਾਅ ਪੂਰਾ ਬਣਿਆ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੀ। ਹੁਣ ਗੱਲ ਐਂਥਨੀ ਬਲਿੰਕਨ ਦੀ ਕਰਦੇ ਹਾਂ ਜੀ। ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਸਾਡਾ ਲੋਕਤੰਤਰਿਕ ਤਾਣਾ ਬਾਣਾ ਇਹੋ ਜਿਹਾ ਹੈ ਜਦੋਂ ਇੱਥੇ ਹਰ ਇੱਕ ਦੀ ਗੱਲ ਬੋਲਣ ਦੀ ਆਜ਼ਾਦੀ, ਉਸਦੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ, ਰਹਿਣ ਸਹਿਣ ਦੀ, ਆਪਣੇ ਪ੍ਰਗਟਾਵਿਆਂ ਦੀ, ਧਾਰਮਿਕ ਹੋਣ ਜਾਂ ਪਹਿਰਾਵੇ ਦਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਹੋਵੇ, ਇਹਨਾਂ ਸਾਰੀਆਂ ਗੱਲਾਂ ਦੀ ਆਜ਼ਾਦੀ ਜਿਹੜੀ ਹੈ ਇਹ ਲੋਕਤੰਤਰ ਦੇ ਮੂਲ ਮੁੱਦੇ ਨੇ ਤੇ ਮੁੱਖ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਛੱਡ ਨਹੀਂ ਸਕਦੇ। ਭਾਵੇਂ ਉਹਨਾਂ ਨੇ ਕਿਸੇ ਸਹਿ ਸੁਭਾਅ ਗੱਲ ਕੀਤੀ ਹੋਵੇ, ਪਰ ਇਸ ਗੱਲ ਦੇ ਅਰਥ ਜਿਹੜੇ ਨੇ ਬਹੁਤ ਵੱਡੇ ਨੇ। ਕਿ ਉਹਨਾਂ ਨੇ ਨਾਮ ਤਾਂ ਨਹੀਂ ਲਿਆ ਕਿ ਸਰਕਾਰ ਨੂੰ ਕਹਿ ਰਹੇ ਨੇ ਜਾਂ ਕੁਛ, ਭਾਰਤ ਨੂੰ ਹੋ ਸਕਦਾ ਕਿ ਜਿਵੇਂ ਉਹਨਾਂ ਨੇ ਕੌੜੀ ਗੋਲੀ ਜਿਹੜੀ ਹੈ ਰਸਗੁੱਲੇ ਦੇ ਵਿੱਚ ਲਪੇਟ ਕੇ ਦਿੱਤੀ ਹੋਵੇ, ਜਿਵੇਂ ਅਮਰੀਕਾ ਅਕਸਰ ਕਰਦਾ ਹੀ ਇਸੇ ਤਰ੍ਹਾਂ। ਅਜੇ ਹੋਰ ਕਈ ਮੁੱਦਿਆਂ ਤੇ ਵੀ ਜੇ ਉਹ ਰੁਕਣਗੇ ਇੱਥੇ ਤਾਂ ਫਿਰ ਵਿਚਾਰ ਉਹਨਾਂ ਦੇ ਦੇਖਣੇ ਬਣਦੇ ਨੇ ਕਿ ਕੀ ਕਹਿਣਾ ਚਾਹੁੰਗੇ, ਪਰ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਸੁਣਨਾ ਚਾਹੀਦਾ। ਤੇ ਇਸ ਵੇਲੇ ਕਰੋਨਾ ਦੀ ਆਵਾਜ਼ ਵੀ ਸਾਨੂੰ ਸੁਣਨੀ ਪਏਗੀ, ਕਿਉਂਕਿ ਕਰੋਨਾ ਦੇ ਮਾਮਲੇ ਦੇਸ਼ ਭਰ ਵਿੱਚ ਫਿਰ ਤੋਂ ਵੱਧ ਰਹੇ ਨੇ, ਕੁਝ ਇੱਕ ਸੂਬਿਆਂ ਨੂੰ ਛੱਡ ਕੇ। ਉੱਥੇ ਕੇਰਲ ਦਾ ਜ਼ਿਕਰ ਆਉਂਦਾ ਹੈ ਕਿ ਉੱਥੇ ਮਾਮਲੇ ਸਭ ਤੋਂ ਜ਼ਿਆਦਾ ਨੇ। ਤੇ ਕੀ ਸਥਿਤੀ ਹੈ ਇਸ ਵੇਲੇ ਕਰੋਨਾ ਦੀ? ਪਰਮਿੰਦਰ ਜੀ, 4 ਲੱਖ ਜਿਹੜੇ ਕੇਸ, ਐਕਟਿਵ ਕੇਸ ਨੇ ਭਾਰਤ ਵਿੱਚ ਜੀ, ਤੇ ਜੇ ਮਹਾਰਾਸ਼ਟਰ ਤੇ ਕੇਰਲ ਨੂੰ ਮਿਲਾ ਲਿਆ ਜਾਵੇ ਜਿਵੇਂ ਤੁਸੀਂ ਦੱਸਿਆ ਜੀ, ਤਕਰੀਬਨ 2.5 ਲੱਖ ਕੇਸ ਤੇ ਇਹਨਾਂ ਦੋ ਸੂਬਿਆਂ 'ਚ ਨੇ ਜੀ। ਮਹਾਰਾਸ਼ਟਰ ਵਿੱਚ ਤੇ ਚਲੋ ਆਬਾਦੀ ਵੀ ਵੱਧ ਹੈ, ਵੱਡਾ ਸੂਬਾ ਹੈ ਜੀ, ਤੇ ਕੇਰਲ ਵਿੱਚ ਕਿਉਂ ਹਾਲਾਤ ਇਹੋ ਜਿਹੇ ਨੇ? ਕੇਰਲ ਦੇ ਹਾਲਾਤ ਬੇਸਿਕਲੀ ਸਭ ਤੋਂ ਮਾੜੇ ਦੱਸੇ ਜਾ ਰਹੇ ਨੇ ਜੀ। ਇਸ ਵੇਲੇ ਪੰਜਾਬ ਦੇ ਵਿੱਚ ਮੈਂ ਦੱਸ ਦੇਵਾਂ ਤੇ
ਤਕਰੀਬਨ ਸਰਕਾਰੀ ਅੰਕੜਿਆਂ ਮੁਤਾਬਕ 5 ਜਾਂ 550 ਦੇ ਕਰੀਬ ਕੇਸ ਜਿਹੜੇ ਨੇ ਪੂਰੇ ਪੰਜਾਬ ਵਿੱਚ ਐਕਟਿਵ ਕੇਸ ਨੇ ਜੀ। ਤੇ ਕੇਰਲਾ ਵਿੱਚ 1,80,000 ਜੀ। ਇਸੇ ਮਹਾਰਾਸ਼ਟਰ ਦੇ ਵਿੱਚ ਬਾਕੀ 60-70,000 ਜੀ। 80,000 ਮੌਤਾਂ ਦੀ ਗਿਣਤੀ ਵੀ ਬਹੁਤ ਹੈ। ਜੀ। ਭਾਰਤ ਵਿੱਚ ਵੀ ਇੱਕ ਵਾਰੀ ਅੰਕੜੇ ਜਿਹੜੇ ਨੇ ਫਿਰ ਉਹ 30,000 ਦੇ ਆਸੇ-ਪਾਸੇ ਜਿਹੜੇ ਸੀ ਉਹ ਆ ਜਾਂਦੇ ਸੀ ਜੀ। ਤੇ ਫਿਰ 44-45,000 ਦੇ ਸਾਹਮਣੇ ਪਿਛਲੇ 24 ਘੰਟਿਆਂ 'ਚ ਆਏ ਨੇ, ਜੀ। ਜਿਨ੍ਹਾਂ ਵਿੱਚੋਂ 600 ਦੇ ਕਰੀਬ ਮੌਤਾਂ ਹੋਈਆਂ ਨੇ। ਜੀ। ਟੀਕਾਕਰਨ ਬਿਲਕੁਲ ਉਸੇ ਤਰ੍ਹਾਂ ਹੀ ਸੁਸਤ ਰਫ਼ਤਾਰ ਦੇ ਵਿੱਚ ਜਿਹੜਾ ਜੀ। ਉਹ ਚੱਲ ਰਿਹਾ। ਜਿੰਨੀ ਰਫ਼ਤਾਰ ਜਿੰਨਾ ਧਿਆਨ ਸਰਕਾਰ ਦਾ ਇਸ ਮੁੱਦੇ ਤੇ ਚਾਹੀਦਾ ਉਹ ਅਜੇ ਨਹੀਂ ਹੋ ਰਿਹਾ। ਜੀ। ਕੀ ਇਹ ਜਿਹੜੀ ਕੁਝ ਸੂਬਿਆਂ ਵਿੱਚ ਵਧ ਰਹੇ ਕੇਸ ਨੇ ਕਿ ਤੀਸਰੀ ਲਹਿਰ ਦੀ ਚੇਤਾਵਨੀ ਹੈ, ਨਿਸ਼ਾਨੀ ਹੈ, ਕੁਝ ਹੋਣ ਜਾ ਰਿਹਾ? ਹੋ ਸਕਦਾ ਹੈ, ਹੋ ਸਕਦਾ ਟੀਕਾਕਰਨ ਦੀ ਘਾਟ ਵੀ ਹੋ ਸਕਦੀ ਹੈ। 26% ਲੋਕਾਂ ਨੂੰ ਅਜੇ ਪਹਿਲੀ ਡੋਜ਼ ਲੱਗੀ ਹੈ ਜੀ। ਤੇ 6-7% ਦੇ ਲਗਭਗ ਜਿਹੜੇ ਇਹਨਾਂ ਨੂੰ ਡਬਲ ਡੋਜ਼ ਲੱਗ ਗਈ ਹੈ। ਜੀ। ਤੇ ਵਿੱਚ ਇਹ ਆਖਿਆ ਜਾ ਰਿਹਾ ਕਿ ਹੁਣ ਨੌਜਵਾਨਾਂ ਨੂੰ ਜਿਹੜੇ ਛੋਟੀ ਉਮਰ ਦੇ ਬੱਚੇ ਉਹਨਾਂ ਨੂੰ ਵੀ ਲਾਉਣ ਦਾ ਯਤਨ ਕਰਾਂਗੇ। ਜੀ। ਪਰ ਸਰਕਾਰ ਜਿਹੜੀ ਹੈ ਇਸ ਪ੍ਰਤੀ ਕੋਈ ਬਹੁਤ ਜ਼ਿਆਦਾ ਤਰੱਦਦ ਨਹੀਂ ਕਰ ਰਹੀ। ਇਸ ਗੱਲ ਕਰਕੇ ਆਰਾਮ ਨਾਲ ਬਹਿ ਗਏ ਨੇ ਕਿ ਦੇਖੋ ਹੁਣ ਸਾਡੇ ਅੰਕੜੇ ਘੱਟ ਨੇ ਤੇ ਸਾਨੂੰ ਕੋਈ ਬਹੁਤਾ ਠੀਕ ਆ, ਅਸੀਂ ਜਦੋਂ ਸਾਡੇ ਟੀਕੇ ਪੂਰੇ ਹੋਣਗੇ ਲਾ ਲਵਾਂਗੇ। ਪਰ 2 ਕੰਪਨੀਆਂ ਲੱਗੀਆਂ ਹੋਈਆਂ ਨੇ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਅਜੇ ਸਰਕਾਰ ਵੱਲੋਂ ਕੋਈ ਬਹੁਤੀ ਵੱਡੀ ਕੋਸ਼ਿਸ਼ ਇਸ ਮੁੱਦੇ ਤੇ ਨਹੀਂ ਕੀਤੀ ਜਾ ਰਹੀ। ਚਿੰਤਾਜਨਕ ਹਾਲਾਤ ਜਿਹੜੇ ਨੇ ਉਹ ਮਹਾਰਾਸ਼ਟਰ ਨਾਲੋਂ ਵੀ ਵੱਧ ਕੇਰਲਾ ਦੇ ਨੇ। ਜੀ। ਤੇ ਇਸ ਵੇਲੇ ਸਾਊਦੀ ਅਰਬ ਦੀ ਸਰਕਾਰ ਜਿਹੜੀ ਕਰੋਨਾ ਨੂੰ ਲੈ ਕੇ ਬੜੀ ਸਖਤ ਹੋਈ ਪਈ ਹੈ, ਉਹਨੇ ਕੁਝ ਐਲਾਨ ਕੀਤਾ ਹੈ। ਸਾਊਦੀ ਅਰਬ ਨੇ ਉੱਥੇ ਦੇ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਸਿਸਟਮ ਹੈ ਜੀ। ਔਰ ਉਹਨਾਂ ਨਾਲ ਵੱਖਰੇ ਦੇਸ਼ਾਂ ਦੇ ਸੰਬੰਧ ਕਿਹੋ ਜਿਹੇ ਰਹਿੰਦੇ ਨੇ। ਜੀ। ਉਹਨਾਂ ਨੇ ਕੁਝ ਰੈੱਡ ਲਿਸਟ ਬਣਾਈ ਹੈ, ਲਾਲ ਸੂਚੀ, ਜੀ। ਜਿਸ ਦੇ ਵਿੱਚ ਅਫਗਾਨਿਸਤਾਨ ਹੈ, ਅਰਜਨਟੀਨਾ, ਬ੍ਰਾਜ਼ੀਲ, ਇਜਿਪਟ ਜਿਸ ਨੂੰ ਮਿਸਰ ਵੀ ਕਹਿ ਦਿੰਦੇ ਆ, ਇਥੋਪੀਆ, ਇੰਡੋਨੇਸ਼ੀਆ, ਲਿਬਨਾਨ, ਦੱਖਣੀ ਅਫਰੀਕਾ, ਤੁਰਕੀ, ਵੀਅਤਨਾਮ ਤੇ ਯੂਨਾਈਟਿਡ ਅਰਬ ਅਮੀਰਾਤਸ ਜੀ ਤੇ ਨਾਲ ਭਾਰਤ ਤੇ ਪਾਕਿਸਤਾਨ। ਇਹਨਾਂ ਦੇਸ਼ਾਂ ਦੇ ਬਾਰੇ ਉਹਨਾਂ ਨੇ ਕਹਿ ਦਿੱਤਾ ਕਿ ਅਗਲੇ 3 ਸਾਲ ਵਾਸਤੇ ਜੀ ਸਾਡਾ ਕੋਈ ਵਿਅਕਤੀ, ਭਾਵ ਸਾਊਦੀ ਅਰਬ ਦਾ ਕੋਈ ਵਿਅਕਤੀ ਇਹਨਾਂ ਦੇਸ਼ਾਂ ਵਿੱਚ ਜਾਂਦਾ ਹੈ ਜੀ ਜੋ ਕਿ ਉੱਥੇ ਕਰੋਨਾ ਦੀ ਲਾਗ ਇੰਨੀ ਭੈੜੇ ਤਰੀਕੇ ਨਾਲ ਲੱਗੀ ਹੈ ਲੋਕਾਂ ਨੂੰ, ਜੀ ਤੇ ਜਦੋਂ ਉਹ ਆਵੇਗਾ ਫਿਰ ਉਸ ਤੇ ਕਾਨੂੰਨੀ ਕਾਰਵਾਈ ਵੀ ਹੋਵੇਗੀ ਤੇ ਜੁਰਮਾਨਾ ਵੀ ਲੱਗੇਗਾ। ਜੀ ਬੇਸਿਕਲੀ ਆਪਣੇ ਨਾਗਰਿਕਾਂ ਤੇ ਉਹਨਾਂ ਨੇ ਟਰੈਵਲ ਬੈਨ ਲਾਇਆ। ਜੀ ਹੁਣ ਇੱਥੇ ਦੇ ਲੋਕ ਉੱਥੇ ਜਾਂਦੇ ਰਹਿਣਗੇ ਜਾਂ ਨਹੀਂ ਇਸ ਬਾਰੇ ਪਤਾ ਨਹੀਂ। ਜੀ ਉਹਨਾਂ ਦਾ ਬਹੁਤ ਸਖਤ ਫੈਸਲਾ ਹੈ, ਉਹ ਚੇਤਾਵਨੀ ਹੈ ਖਾਸ ਤੌਰ ਤੇ ਭਾਰਤ ਤੇ ਪਾਕਿਸਤਾਨ ਲਈ। ਜੀ ਕੈਨੇਡਾ ਦੀ ਵਾਰ-ਵਾਰ ਸਰਕਾਰ ਤੋਂ ਮੰਗ ਕੀਤੀ ਗਈ ਹੈ, ਭਾਰਤ ਦੇ ਲੋਕਾਂ ਵੱਲੋਂ, ਸਰਕਾਰ ਵੱਲੋਂ, ਕਿ ਫਲਾਈਟਾਂ ਚਲਾਓ ਤੇ ਸਿੱਧਾ ਖੋਲੋ ਤੁਸੀਂ। ਜੀ ਸਟੂਡੈਂਟ ਵੀ ਇਸ ਵੇਲੇ ਬਹੁਤ ਸਾਰੇ ਜਿਹੜੇ ਕੈਨੇਡਾ ਨੂੰ ਜਾ ਰਹੇ ਨੇ 2-2 ਲੱਖ ਤੋਂ ਉੱਪਰ ਦੀਆਂ ਟਿਕਟਾਂ ਲੈ ਕੇ ਕਈ ਪਾਸਿਓਂ ਦੀ ਘੁੰਮ ਕੇ ਜਾ ਰਹੇ ਨੇ। ਜੀ ਪਰ ਕਿਉਂਕਿ ਸਾਡਾ ਜਿਹੜਾ ਸਿਸਟਮ ਹੈ, ਟੈਸਟਿੰਗ ਦਾ ਸਿਸਟਮ ਹੈ, ਟੀਕਾਕਰਨ ਦਾ ਸਿਸਟਮ ਹੈ, ਟੈਸਟਿੰਗ ਦੇ ਸਿਸਟਮ ਵਿੱਚ ਬਹੁਤ ਜ਼ਿਆਦਾ ਫਲॉ ਸੀ ਔਰ ਉਸ ਦੇ ਵਿੱਚ ਨਕਲੀ ਸਰਟੀਫਿਕੇਟ ਜਿਹੜੇ ਸੀ ਉਹ ਬਹੁਤ ਲੋਕਾਂ ਨੂੰ ਇਸ਼ੂ ਕੀਤੇ ਗਏ, ਜਿਸ ਕਰਕੇ ਇੰਨੀ ਬਦਨਾਮੀ ਹੋਈ ਹੈ। ਤੇ ਜਿਹੜਾ ਬੇਸਿਕਲੀ ਜਿਹੜਾ ਹੁਣ ਜਿਹੜਾ ਸਿਸਟਮ ਹੈ ਕਿ ਟੀਕਾਕਰਨ ਦਾ ਇੰਨਾ ਸਲੋ ਚੱਲ ਰਿਹਾ, ਇਸ ਕਰਕੇ ਕੋਈ ਬਹੁਤਾ ਯਕੀਨ ਸਾਡੇ ਤੇ ਨਹੀਂ ਕੀਤਾ ਜਾ ਰਿਹਾ। ਦੇਖੋ ਇੱਕ ਹੋਰ ਗੱਲ ਹੈ, ਟੋਕੀਓ ਵਿੱਚ ਓਲੰਪਿਕ ਚੱਲ ਰਹੀਆਂ ਨੇ। ਹੁਣ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਹੈ। ਜਾਪਾਨ ਦੇ ਵਿੱਚ ਕੇਸ ਘੱਟ ਨਹੀਂ, ਇਸ ਵੇਲੇ ਕਾਫੀ ਕੇਸ ਨੇ ਕਰੋਨਾ ਦੇ, ਪਰ ਉਹ ਆਪਣੇ ਆਪ ਨੂੰ ਸਾਂਭ ਰਹੇ ਨੇ ਤੇ ਇੰਨਾ ਵੱਡਾ ਖੇਡ ਮੇਲਾ ਕਰਾਇਆ ਤੇ ਕਈ ਦਿਨ ਹੋ ਗਏ ਚੱਲਦੇ ਨੂੰ, ਅਜੇ ਤੱਕ ਕੋਈ ਅਣਸੁਖਾਵੀ ਘਟਨਾ ਨਹੀਂ ਹੋਈ। ਤੇ ਜਿਸ ਤਰ੍ਹਾਂ ਉਹਨਾਂ ਦਾ ਸਿਸਟਮ ਹੈ ਸ਼ਾਇਦ ਕੋਈ ਇਸੇ ਤਰ੍ਹਾਂ ਹੀ ਸੰਪੰਨ ਹੋ ਜਾਵੇ, ਕੋਈ ਹੋਵੇ ਵੀ ਨਾ। ਤੇ ਭਾਰਤ ਕੋਲ ਇੱਕੋ ਹੀ ਖੇਡ ਹੈ ਜਿਸ ਤੇ ਸਾਰਾ ਜ਼ੋਰ ਲਾ ਦਿੱਤਾ ਜਾਂਦਾ ਹੈ, ਉਹ ਕ੍ਰਿਕਟ ਹੈ। ਤੇ ਅਸੀਂ IPL ਨਹੀਂ ਕਰਵਾ ਸਕੇ। ਉਸ ਦਾ ਪਹਿਲਾ ਹਿੱਸਾ ਉਧਰ ਕਰਵਾਇਆ ਸੀ UAE ਦੇ ਵਿੱਚ, ਹੁਣ ਦੂਸਰਾ ਹਿੱਸਾ ਵੀ ਜਿਹੜਾ ਉਸਦਾ ਰਹਿੰਦਾ ਹਿੱਸਾ ਜਿਹੜਾ ਉਹ ਵੀ UAE ਦੇ ਵਿੱਚ ਹੋਵੇਗਾ। ਤੇ ਨਾਲ ਜਿਹੜਾ T20 ਵਰਲਡ ਕੱਪ ਸੀ ਉਹ ਭਾਰਤ ਕੋਲੋਂ ਖੁੱਸ ਕੇ ਜਿਹੜਾ ਸੀ ਉਧਰ ਜਾ ਚੁੱਕਾ ਹੈ, ਉਹ ਵੀ ਉੱਥੇ ਹੀ ਹੋਵੇਗਾ। ਸੋ ਇੰਨਾ ਕੁ ਸਿਸਟਮ ਹੈ ਸਾਡਾ। ਸੋ ਇਸ ਤੋਂ ਤੁਸੀਂ ਅੰਦਾਜ਼ਾ ਮੋਟਾ ਲਾ ਸਕਦੇ ਹੋ ਕਿ ਕਿੰਨਾ ਕੁ ਪ੍ਰਬੰਧ ਜਿਹੜਾ ਹੈ ਅਸੀਂ ਕੀਤਾ ਜਾਂ ਕਰ ਸਕਦੇ ਸੀ। ਕੁਲਦੀਪ ਜੀ, ਚਲਦੇ ਇੱਕ ਮੁੱਦਾ ਹੈ ਜਿਹੜਾ ਬੜਾ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ, ਰਾਜ ਕੁੰਦਰਾ ਦਾ ਕੇਸ। ਉਸ ਕੇਸ 'ਚ ਰੋਜ਼ ਨਵਾਂ ਖੁਲਾਸਾ ਹੋ ਰਿਹਾ ਤੇ ਨਵੇਂ ਖੁਲਾਸਿਆਂ ਦੀ ਲੜੀ 'ਚ ਕਿਹੜੀ ਗੱਲ ਸਾਹਮਣੇ ਆਈ ਹੈ? ਹਾਲਾਂਕਿ ਪਰਮਿੰਦਰ ਜੀ ਇਸ ਨੂੰ ਛੱਡ ਵੀ ਸਕਦੇ ਹਾਂ ਜੀ, ਕਿਉਂਕਿ ਇੱਕ ਤਾਂ ਇਹ ਗੱਲ ਹੈ ਕਿ ਜਿੰਨੀ ਦੇਰ ਤੱਕ ਅਦਾਲਤ ਉਸ ਨੂੰ ਪੂਰੀ ਤਰ੍ਹਾਂ ਦੋਸ਼ੀ ਨਹੀਂ ਮੰਨ ਲੈਂਦੀ, ਜਿਸ ਨੂੰ ਮੰਨ ਲੈਂਦੀ ਕਿ ਉਹਨੇ ਕੋਈ ਜੁਰਮ ਕੀਤਾ ਹੈ, ਉਨੀ ਦੇਰ ਤੱਕ ਉਹ ਬੇਗੁਨਾਹ ਹੈ। ਪਰ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਉਹਨਾਂ ਤੇ ਸੋਚਣਾ ਬਣਦਾ ਹੈ ਕਿ ਹਾਈ ਪ੍ਰੋਫਾਈਲ ਇਸ ਤਰ੍ਹਾਂ ਦੀ ਲਾਈਫ ਜਿਉਣ ਵਾਲੇ ਵਿਅਕਤੀ ਕਿਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਇੱਕ ਦਿਨ ਅੱਗੇ ਅਸੀਂ ਦੱਸਿਆ ਸੀ ਕਿ IPL ਦੇ ਵਿੱਚ ਮੈਚ ਫਿਕਸਿੰਗ, ਸਪੌਟ ਫਿਕਸਿੰਗ ਦੇ ਵਿੱਚ ਉਹਨਾਂ ਦਾ ਨਾਮ ਵੱਜਦਾ ਰਿਹਾ
ਤੇ ਹੁਣ ਕਥਿਤ ਤੌਰ ਤੇ ਕਹਿੰਦੇ ਨੇ ਕਿ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਆਏ ਨੇ ਪੁਲਿਸ ਵਾਲੇ ਰਾਜ ਕੁੰਦਰਾ ਨੂੰ, ਤੇ ਉਹਨਾਂ ਦੀ ਪਤਨੀ ਸ਼ਿਲਪਾ ਸ਼ੈਟੀ ਨੇ ਉਹਨਾਂ ਨੂੰ ਇਹ ਗੱਲ ਆਖੀ ਕਿ ਸਾਡੇ ਕੋਲ ਇੰਨਾ ਪੈਸਾ ਹੈ, ਸਾਡੇ ਕੋਲ ਸ਼ੋਹਰਤ ਹੈ, ਸਭ ਕੁਝ ਹੈ, ਤਾਂ ਫਿਰ ਤੈਨੂੰ ਇਹ ਕੰਮ ਕਰਨ ਦੀ ਕੀ ਲੋੜ ਸੀ। ਉਸ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਰਿਮਾਂਡ ਉਸ ਦਾ ਚੱਲ ਰਿਹਾ ਹੈ। ਸ਼ਿਲਪਾ ਸ਼ੈਟੀ ਤੋਂ ਵੀ ਲੰਬੀ ਚੌੜੀ ਪੁੱਛਗਿੱਛ ਹੋਈ ਹੈ, ਉਸ ਨੂੰ ਵੀ ਇਸ ਕੇਸ ਵਿੱਚੋਂ ਬਰੀ ਨਹੀਂ ਕੀਤਾ ਗਿਆ, ਛੱਡਿਆ ਨਹੀਂ ਗਿਆ ਪੁਲਿਸ ਨੇ। ਇਹ ਨਹੀਂ ਆਖਿਆ ਕਿ ਉਸ ਨੂੰ ਦੁਬਾਰਾ ਨਹੀਂ ਬੁਲਾਇਆ ਜਾਵੇਗਾ, ਕਲੀਨ ਚਿੱਟ ਨਹੀਂ ਉਸ ਨੂੰ ਮਿਲੀ। ਪਰ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਐਪ ਹੈ ਜੋ ਐਂਡਰੋਇਡ ਤੇ ਵੀ ਤੇ ਐਪ ਸਟੋਰ ਦੇ ਥਰੂ ਵੀ ਜਿਹੜੀ ਸੀ ਉਹ ਇੰਨੀ ਵੱਡੀ ਮਾਤਰਾ ਦੇ ਵਿੱਚ ਐਪ ਜਿਹੜੀ ਸੀ ਉਹ ਖਰੀਦੀ ਗਈ, ਜਿਸ ਤੇ ਇਸ ਤਰ੍ਹਾਂ ਦਾ ਮਟੀਰੀਅਲ ਜਿਹੜਾ ਸੀ ਰਾਜ ਕੁੰਦਰਾ ਵੱਲੋਂ ਤਿਆਰ ਕਰਵਾ ਕੇ ਪਾਇਆ ਜਾਂਦਾ ਸੀ। ਤੇ ਫਿਰ ਉਸ ਦੀ ਕਮਾਈ ਨਾਲ ਇੱਕ ਮੋਟੇ-ਮੋਟੇ ਅੰਦਾਜ਼ੇ ਮੁਤਾਬਕ ਪਿਛਲੇ 1.5 ਮਹੀਨੇ ਦੇ ਵਿੱਚ ਰਾਜ ਕੁੰਦਰਾ ਨੇ ਜੋ ਉਸ ਦੇ ਘਰ ਚੋਂ ਜੋ ਸਮਾਨ ਲੱਭਾ ਹੈ ਉਸ ਮੁਤਾਬਕ ਦੱਸਿਆ ਜਾ ਰਿਹਾ ਕਿ ਡਾਟਾਬੇਸ ਵਿੱਚੋਂ, ਕੰਪਿਊਟਰਾਂ ਦੇ ਵਿੱਚੋਂ ਉਸ ਦਾ ਮਤਲਬ ਹੈ ਕਿ ਉਸਨੇ 1 ਤੋਂ ਲੈ ਕੇ 1.25 ਕਰੋੜ ਰੁਪਏ ਤੱਕ ਦੀ ਕਮਾਈ ਜਿਹੜੀ ਮੋਟੀ-ਮੋਟੀ ਉਹਨਾਂ ਐਪਸ ਦੇ ਜ਼ਰੀਏ ਕੀਤੀ ਹੈ। ਤੇ ਉਸਨੇ ਇੱਕ ਅੰਦਾਜ਼ਾ ਲਗਾਇਆ ਹੋਇਆ ਸੀ ਕਿ 2024 ਤੱਕ ਮੈਂ 30 ਤੋਂ 35 ਕਰੋੜ ਦੀ ਹੋਰ ਕਮਾਈ ਇਸੇ ਤਰੀਕੇ ਨਾਲ ਜਿਹੜੀ ਹੈ ਉਹ ਕਰਨੀ ਹੈ। ਸੋ ਇਸ ਤਰ੍ਹਾਂ ਦੇ ਅੰਕੜੇ ਨਿਕਲ ਕੇ ਸਾਹਮਣੇ ਆ ਰਹੇ ਨੇ। ਮੰਦਭਾਗੀ ਗੱਲ ਹੈ ਕਿ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਲੋਕ, ਜਿਨ੍ਹਾਂ ਬਾਰੇ ਜਦੋਂ ਲੋਕ ਉਹ ਸਟੇਜ ਤੇ ਆਉਂਦੇ ਸੀ ਤੇ ਲੋਕ ਤਾੜੀਆਂ ਮਾਰਦੇ ਸੀ, ਤੇ ਇਹ ਜਿਹੜਾ ਹੋਣਾ ਸੀ ਇਹ ਲੋਕਾਂ ਦੇ ਵਿੱਚ ਬੁਰਾ ਪ੍ਰਭਾਵ ਜਾਂਦਾ ਹੈ। ਪਰ ਐਗਜ਼ੈਂਪਲਰੀ ਜਿਹੜਾ ਹੈ, ਜੇ ਕੋਈ ਉਹਨਾਂ ਨੂੰ ਪਨਿਸ਼ਮੈਂਟ ਹੋਵੇ, ਜੇ ਉਹ ਸਾਬਤ ਹੁੰਦੇ ਨੇ, ਤੇ ਫਿਰ ਇਹ ਤੋਂ ਵਧੀਆ ਕੋਈ ਹੋ ਨਹੀਂ ਸਕਦਾ। ਤੇ ਕੁਲਦੀਪ ਜੀ, ਇਸ ਵੇਲੇ ਮੁੱਦਾ ਤਾਂ ਇਹ ਵੱਡਾ ਹੈ ਜਿੱਤੇ ਵਿਚਾਰ ਕਰਨੀ ਬਣਦੀ ਹੈ, ਤੇ ਹੋਰ ਵੀ ਮੁੱਦੇ ਨੇ ਵਿਚਾਰਨ ਲਈ, ਪਰ ਇਸ ਵੇਲੇ ਪ੍ਰੋਗਰਾਮ ਦਾ ਸਮਾਂ ਖਤਮ ਹੈ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਇਸ ਸਿਲਸਿਲੇ ਨਾਲ ਜੁੜਨ ਲਈ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।